दिमाग 'ਚ ਕਿਵੇਂ ਆਇਆ ਸੀ ਕਿ ਹੁਣ ਹਮਲਾ ਹੋਇਆ ਅਸਲ 'ਚ ਪੰਜਾਬ ਤੇ ਸਾਡੇ ਪਰਿਵਾਰ ਤੇ ਤਾਂ ਹੁਣ ਮੈਨੂੰ ਉੱਠਣਾ ਚਾਹੀਦਾ, ਮੈਨੂੰ ਆਵਾਜ਼ ਚੁੱਕਣੀ ਚਾਹੀਦੀ ਆ? ਪੰਜਾਬੀਆਂ 'ਚ ਇੱਕ ਜਜ਼ਬਾ ਉਹ ਜ਼ੀਰੋ ਤੋਂ ਹੀਰੋ ਹੋ ਜਾਂਦੇ ਆ, ਬਿਲਕੁਲ ਰਾਤੋਂ ਰਾਤ ਹੀ ਹੋ ਜਾਂਦੇ ਆ। ਇਹ ਗੱਲ ਇਹਨਾਂ ਦੇ ਸਮਝ ਨਹੀਂ ਆ ਸਕਦੀ। ਬਿਲਕੁਲ ਲੜਾਈ ਬੜੇ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ, ਅੱਜ ਦੀ ਨਹੀਂ ਹੈਗੀ। ਪਰ ਆਪ ਬੇਸ਼ੱਕ ਆਰਡੀਨੈਂਸ ਦਾ ਮਾਮਲਾ ਪਿਛਲੇ 2-3 ਮਹੀਨਿਆਂ ਤੋਂ ਜਨਮਿਆ, ਇਸ ਤੋਂ ਪਹਿਲਾਂ ਵੀ ਪੰਜਾਬ ਤੇ ਬਹੁਤ ਸਾਰੀਆਂ ਹਵਾਵਾਂ ਵਗਦੀਆਂ ਰਹੀਆਂ। ਉਸ ਵੇਲੇ ਦੀਪ ਸਿੱਧੂ ਹੋਰੀ ਜਾਂ ਤੁਹਾਡੇ ਨਾਲ ਜਿੰਨੇ ਵੀ ਅੱਜ ਆਰਟਿਸਟ ਅੱਜ ਗਰਾਊਂਡ ਤੇ ਲੜਾਈ ਲੜ ਰਹੇ ਆ, ਉਸ ਵੇਲੇ ਨਹੀਂ ਤੁਹਾਨੂੰ ਲੱਗਦਾ ਸੀ ਕਿ ਹੁਣ ਵੀ ਆਵਾਜ਼ ਚੁੱਕਣੀ ਬਣਦੀ? ਗੁੱਸਾ ਇੱਕ ਉਭਾਰ ਹੁੰਦਾ, ਜਿਹੜਾ ਅੱਜ ਉਭਾਰ ਆਇਆ, ਜਿਹੜਾ ਅੱਜ ਲੋਕਾਂ ਦੇ ਮਨਾਂ ਦੇ ਅੰਦਰ ਜਿਹੜਾ ਗੁੱਸਾ ਸੀ ਉਹਦਾ ਪ੍ਰਗਟਾਵਾ ਹੋ ਰਿਹਾ, ਉਹ ਕੋਈ ਕੱਲੀ ਕਿਸਾਨੀ ਦੇ ਆਰਡੀਨੈਂਸ ਦਾ ਨਹੀਂ ਹੈ, ਇਹ ਸਮਝਣ ਦੀ ਜ਼ਰੂਰਤ ਹੈ। ਸੋ ਇਹ ਜਿਹੜਾ ਉਭਾਰ ਤੁਸੀਂ ਦੇਖ ਰਹੇ ਹੋ ਨਾ, ਇਹ ਬੜੇ ਚਿਰਾਂ ਦਾ ਸਾਡੇ ਅੰਦਰ ਜਿਹੜਾ ਰੋਹ ਅਸੀਂ ਪਾਲੀ ਬੈਠੇ ਸੀ, ਉਹ ਉਭਾਰ ਆ। ਯਹੂਦੀਆਂ ਦੇ ਜਦੋਂ ਤੱਕ ਉਹਨਾਂ ਕੋਲੇ ਆਪਦੀ ਮਿੱਟੀ ਨਹੀਂ ਸੀ, ਉਹਨਾਂ ਕੋਲੇ ਬੜੇ ਵੱਡੇ ਅਹੁਦੇ ਰਹੇ ਆ, ਜਰਨਲ ਕਰਨਲ ਰਹੇ ਆ, ਉਹ ਸਾਇੰਟਿਸਟ ਰਹੇ ਆ, ਲਿਟਰੇਚਰ 'ਚ ਬੜਾ ਬਾਕਮਾਲ ਉਹਨਾਂ ਦਾ ਯੋਗਦਾਨ ਸੀ, ਪਰ ਉਹਨਾਂ ਦੇ ਪੈਰ ਨਹੀਂ ਲੱਗੇ ਦੁਨੀਆ 'ਚ। ਪੈਰ ਉਦਾਂ ਹੀ ਲੱਗੇ ਜਿੱਦਾਂ ਧਰਤੀ ਮਿਲ ਗਈ। ਜਿਸ ਤਰੀਕੇ ਦੇ ਨਾਲ ਨੌਜਵਾਨੀ ਤੁਹਾਨੂੰ ਫੋਲੋ ਕਰਦੀ ਹੈ, ਨੌਜਵਾਨ ਤੁਹਾਡੇ ਵੱਡੇ ਵੱਡੇ ਇਕੱਠ ਜਿੱਥੇ ਤੁਸੀਂ ਬੁਲਾਉਣੇ ਆ, ਉੱਥੇ ਕਈ ਹਜ਼ਾਰਾਂ ਦੇ ਰੂਪ ਦੇ ਵਿੱਚ ਨੌਜਵਾਨ ਪਹੁੰਚਦੇ ਆ, ਕਿਸਾਨ ਪਹੁੰਚਦੇ ਆ, ਹਰ ਇੱਕ ਵਰਗ ਪਹੁੰਚਦਾ ਹੈ। ਤੁਹਾਨੂੰ ਲੱਗਦਾ ਹੈ ਕਿ ਇਹ ਲੜਾਈ ਸਿਰਫ ਇਕੱਠ ਨਾਲ ਜਿੱਤੀ ਜਾ ਸਕਦੀ ਹੈ? ਲੜਾਈ ਪਹਿਲਾਂ ਤਾਂ ਇਹ ਦੇਖਣਾ ਵੀ ਲੜ ਕਿਹਦੇ ਨਾਲ ਰਹੇ, ਜਿਹੜੀ ਧਿਰ ਨਾਲ ਲੜ ਰਹੇ ਆ ਉਹਨਾਂ ਨੇ ਆਪਦੇ ਆਪ ਨੂੰ ਲਾਮਬੰਦ ਹੀ ਨਹੀਂ ਕੀਤਾ। ਇੱਕ ਬਹੁਤ ਵੱਡੀ ਗਿਣਤੀ ਨਹੀਂ ਉਹਨਾਂ ਨੇ ਸਿਰਫ ਬਣਾਈ, ਉਹਨਾਂ ਨੇ ਇੱਕ ਵਿਚਾਰਧਾਰਾ ਦੇਤੀ। ਉਹਨਾਂ ਨੂੰ ਆਈਡੀਓਲੋਜੀ ਮੋਟੀਵੇਟਡ ਕਰਦੀ ਹੈ ਤੁਹਾਨੂੰ, ਫਿਰ ਤੁਸੀਂ ਇਹਨਾਂ ਪੈਸਿਆਂ ਤੋਂ ਜਾਂ ਹੋਰ ਚੀਜ਼ਾਂ ਤੋਂ ਜਿਹੜੀਆਂ ਮਟੀਰੀਅਲਿਸਟਿਕ ਆ ਉਹ ਤੋਂ ਅੱਗੇ ਲੰਘ ਜਾਂਦੇ। ਹੋਰ ਜਿਹੜੀਆਂ ਵੰਨ-ਸੁਵੰਨਤਾ, ਚਾਹੇ ਉਹ ਹਿਮਾਚਲ 'ਚ ਹੋਵੇ, ਹਰਿਆਣੇ 'ਚ ਹੋਵੇ, ਸਾਊਥ 'ਚ ਹੋਵੇ, ਤਾਮਿਲਨਾਡੂ 'ਚ, ਕੇਰਲਾ 'ਚ, ਉਹ ਕਿਸੇ ਨੂੰ ਵੀ ਕਸ਼ਮੀਰ 'ਚ ਹੋਵੇ, ਉਹ ਕਿਸੇ ਵੀ ਵੰਨ-ਸੁਵੰਨਤਾ ਨੂੰ, ਕਲਚਰਲ ਡਾਇਵਰਸਿਟੀ ਨੂੰ ਨਹੀਂ ਚਾਹੁੰਦੇ ਵੀ ਇੱਥੇ ਰਹੇ। ਉਹ ਆਪਦੀ ਤਰ੍ਹਾਂ ਦੀ ਕੌਮ ਸਿਰਜਣ ਦੀ ਜਿੱਦ ਫੜੀ ਬੈਠੇ ਆ। ਸਾਡਾ ਪੰਜਾਬ ਉਹ ਹੈ ਜਿਸ ਨੇ ਇਤਿਹਾਸ ਰਚਤੇ, ਜਿਸ ਨੇ ਬਹੁਤ ਵੱਡੀਆਂ ਤਾਕਤਾਂ ਜਿਹੜੀਆਂ ਸੀ, ਜਦੋਂ ਵੀ ਪੰਜਾਬ ਤੇ ਹਮਲੇ ਹੁੰਦੇ ਸੀ ਉਹਨਾਂ ਦੇ ਦੰਦ ਖੱਟੇ ਕੀਤੇ ਆ। ਇਸ ਵੇਲੇ ਵੀ ਕੁਝ ਸਿਚੁਏਸ਼ਨ ਇੱਦਾਂ ਦੀ ਆ। ਤੁਹਾਨੂੰ ਲੱਗਦਾ ਹੈ ਨੌਜਵਾਨ ਜਾਂ ਪੰਜਾਬ ਦਾ ਹਰ ਬਾਸ਼ਿੰਦਾ ਇਸ ਅੱਜ ਦੇ ਮਾਹੌਲ ਦੇ ਵਿੱਚ ਏਡਾ ਕੁ ਉਜਾਗਰ ਹੈਗਾ, ਏਡਾ ਕੁ ਲਾਮਬੰਦ ਹੈਗਾ ਕਿ ਉਸ ਤਰ੍ਹਾਂ ਦਾ ਇਤਿਹਾਸ ਇੱਕ ਵਾਰ ਫੇਰ ਦੁਹਰਾ ਸਕਦਾ? ਇੰਨੀ ਕੁ ਗੱਲ ਜ਼ਰੂਰ ਪਤਾ ਹੋਵੇ ਵੀ ਸਾਡਾ ਦੁਸ਼ਮਣ ਕੌਣ ਆ। ਸਾਨੂੰ 70 ਸਾਲ ਹੋ ਗਏ ਆਜ਼ਾਦੀ ਤੋਂ ਬਾਅਦ, 70-75 ਸਾਲ ਹੋ ਗਏ, ਹਜੇ ਤੱਕ ਸਾਨੂੰ ਇਹ ਨਹੀਂ ਪਤਾ ਲੱਗਿਆ ਸੀ ਦੁਸ਼ਮਣ ਕੌਣ ਆ। ਪਹਿਲੀ ਵਾਰੀ ਐਡੀ ਲਾਮਬੰਦੀ ਹੋਈ ਆ, ਸਾਨੂੰ ਪਤਾ ਲੱਗ ਗਿਆ ਵੀ ਸਾਡਾ ਦੁਸ਼ਮਣ ਕੌਣ ਆ। ਬਿਲਕੁਲ ਦੀਪ ਭਾਈ, ਬਹੁਤ ਵੱਡਾ ਇਕੱਠ ਹੋਇਆ। 25 ਸਤੰਬਰ ਦੀ ਕਾਲ ਸੀ ਕਿ ਅਸੀਂ ਸਾਰਾ ਪੰਜਾਬ ਬੰਦ ਰੱਖਣਾ। ਵੱਖ-ਵੱਖ ਥਾਵਾਂ ਤੇ ਵੱਡੇ ਪ੍ਰੋਟੈਸਟ ਹੋਏ, ਜਿਹੜਾ ਇੱਕ ਇਤਿਹਾਸ ਵਾਕਿਆ ਹੀ ਪੰਜਾਬ ਦੇ ਵਿੱਚ ਰਚਿਆ ਗਿਆ ਕਿ ਹਾਂ ਪੰਜਾਬ ਜਾਗ ਉੱਠਿਆ, ਉਸ ਨੂੰ ਜ਼ਰੂਰਤ ਹੈ ਅੱਜ ਜਾਗਣ ਦੀ, ਅੱਜ ਲੜਨ ਦੀ। ਤੁਹਾਡੀ ਸਟੇਜ ਤੋਂ ਬਹੁਤ ਸਾਰੇ ਬੁਲਾਰੇ ਬੋਲੇ, ਆਰਟਿਸਟ ਵੀ ਆਏ, ਉੱਥੇ ਕਿਸਾਨ ਜਥੇਬੰਦੀਆਂ ਵੀ ਆਈਆਂ, ਧਾਰਮਿਕ ਜਥੇਬੰਦੀਆਂ ਵੀ ਆਈਆਂ, ਹਾਲਾਂਕਿ ਕਾਮਰੇਡ ਵੀ ਆਏ ਤੇ ਕੁਝ ਕੁ ਬੁਲਾਰੇ ਖਾਲਿਸਤਾਨ ਦੇ ਵੀ ਸੀ। ਕਿਸ ਤਰ੍ਹਾਂ ਦੀ ਸਟੇਜ ਚਾਹੁੰਦੇ ਹੋ ਤੁਸੀਂ? ਕੱਲੀ ਰਾਜਸੀ ਸਮਝ ਇੰਪੋਰਟੈਂਟ ਨਹੀਂ ਹੁੰਦੀ, ਕੱਲੀ ਸਮਾਜਿਕ ਸਮਝ ਇੰਪੋਰਟੈਂਟ ਨਹੀਂ ਹੁੰਦੀ, ਆਤਮਿਕ ਗਿਆਨ ਦੀ ਸਮਝ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਜਿੱਥੇ ਸਾਡੇ ਕਿਰਦਾਰ ਸਿਰਜੇ ਜਾਂਦੇ। ਤੁਹਾਨੂੰ ਲੱਗਦਾ ਹੈ ਉਹਨਾਂ ਤੋਂ ਕੋਈ ਨਾ ਕੋਈ ਉਮੀਦ ਰੱਖ ਸਕਦੇ ਹਾਂ ਅਸੀਂ? ਖਾਸ ਕਰਕੇ ਕਿਸਾਨੀ, ਜਦੋਂ ਕਿਸਾਨੀ ਦੇ ਧਰਨੇ ਜਾਂਦੇ ਉਹ ਕਹਿੰਦੇ ਅਸੀਂ ਬਿਨਾਂ ਕਿਸੇ ਸਿਆਸੀ ਝੰਡੇ ਤੋਂ ਲੜਨਾ ਹੈ, ਤੁਹਾਡੇ ਵੱਲੋਂ ਵੀ ਇਹੀ ਕਿਹਾ ਜਾਂਦਾ ਬਿਨਾਂ ਕਿਸੇ ਪਾਰਟੀ ਦੇ ਝੰਡੇ ਤੋਂ ਲੜਨਾ ਹੈ। ਫਿਰ ਤੁਹਾਨੂੰ ਲੱਗਦਾ ਹੈ ਕਿ ਉਹ ਵੱਖਰੇ ਲੜਦੇ ਆ, ਇੱਧਰੋਂ ਤੁਹਾਡੀ ਲੜਾਈ ਵੱਖਰੀ ਚੱਲੀ ਜਾਂਦੀ ਹੈ, ਜਿੱਤ ਮਿਲ ਸਕਦੀ ਹੈ? ਇਹ ਟਾਈਮ ਆ ਕੁਛ ਕਰਨ ਦਾ, ਇਹ ਟਾਈਮ ਆ ਉਹਨਾਂ ਨੂੰ ਆਵਾਜ਼ ਪਹੁੰਚਾ ਕੇ ਦੱਸਣ ਦਾ ਵੀ ਧੱਕਾ ਨਹੀਂ ਚੱਲੂਗਾ। ਬਿਲਕੁਲ ਹੈ ਨਾ। ਤਾਂ ਲਿਖਣ ਵਾਲੇ ਲਿਖਣ, ਬੋਲਣ ਵਾਲੇ ਬੋਲਣ। ਤੁਹਾਡੇ ਵਰਗੇ ਜਿਹੜੇ ਸਾਡੇ ਨਿਰਪੱਖ ਜਰਨਲਿਸਟ ਆ, ਉਹ ਆਪਦਾ ਜਰਨਲਿਜ਼ਮ ਵੀ ਨਿਰਪੱਖ ਤੌਰ ਤੇ ਕਰਨ, ਫੇਰ ਹੀ ਗੱਲ ਬਣੂ। ਬਿਲਕੁਲ ਬਾਈ, ਸਿਆਸੀ ਪਾਰਟੀਆਂ ਤੋਂ ਕੋਈ ਉਮੀਦ ਰੱਖਦੇ ਹੋ? ਬਹੁਤ ਲੰਬੇ ਸਮੇਂ ਤੋਂ ਕਹਿ ਲਓ ਕਿ ਇੱਥੇ ਸਰਕਾਰਾਂ ਆਉਂਦੀਆਂ ਰਹੀਆਂ, ਹਾਲਾਂਕਿ ਪੰਜਾਬ ਦੇ ਵਿੱਚ ਤਾਂ ਦੋ ਹੀ ਸਰਗਰਮ ਰਹੀਆਂ, ਇੱਕ ਆਉਂਦਾ ਇੱਕ ਜਾਂਦਾ। ਪੰਜਾਬ ਦਾ ਕੀ ਹਾਲ ਹੈ ਸਭ ਦੇ ਸਾਹਮਣੇ ਆ। ਤੀਜੀ ਧਿਰ ਇੱਕ ਹੋਰ ਆ ਗਈ ਆਮ ਆਦਮੀ ਪਾਰਟੀ। ਕਿਸੇ ਪਾਰਟੀ ਤੋਂ ਉਮੀਦ ਰੱਖਦੇ ਹੋ?
ਵੱਖ-ਵੱਖ ਆਪੋ ਆਪਣੇ ਹਲਕਿਆਂ ਦੇ ਵਿੱਚ ਕਲਾਕਾਰਾਂ ਦੇ ਵੱਲੋਂ ਬਹੁਤ ਸਾਰੇ ਪ੍ਰੋਗਰਾਮ ਕਰਵਾਏ ਜਾਣ ਲੱਗੇ। ਰਣਜੀਤ ਬਾਵਾ ਹੋਰਾਂ ਦੇ ਵੱਲੋਂ ਤੁਸੀਂ ਵੀ ਸ਼ਾਮਲ ਹੋਏ ਬਟਾਲੇ ਦੇ ਵਿੱਚ, ਉੱਥੇ ਵੀ ਬਹੁਤ ਸਾਰੇ ਨੌਜਵਾਨ ਸ਼ਾਮਲ ਹੋਏ, ਵੱਖਰੀ ਕਾਲ ਸੀ। ਉਸ ਤੋਂ ਬਾਅਦ ਗੋਨਿਆਣੇ ਦੇ ਵਿੱਚ ਅਮਰਤ ਮਾਨ ਹੋਰਾਂ ਦੇ ਵੱਲੋਂ ਕਾਲ ਬੁਲਾਈ ਗਈ, ਉੱਥੇ ਨੌਜਵਾਨ ਇਕੱਠੇ ਹੋਏ। ਤੁਹਾਨੂੰ ਇਹਦਾ ਮਕਸਦ ਮੈਂ ਪੁੱਛਣਾ ਚਾਹੁੰਦਾ ਕਿ ਵੱਖੋ ਵੱਖਰੇ ਸ਼ਹਿਰਾਂ ਦੇ ਵਿੱਚ ਵੱਖੋ ਵੱਖਰੇ ਇਕੱਠ ਕਰਨੇ ਵਾਜਬ ਲੱਗਦਾ ਤੁਹਾਨੂੰ ਕਿ ਇਸ ਵੇਲੇ ਹੈ ਜ਼ਰੂਰਤ ਇਹਨਾਂ ਦੀ? ਉਹ ਭਾਜਪਾ ਦੇ ਜਿਹੜੇ ਲੀਡਰ ਆ ਉਹਨਾਂ ਨੂੰ ਕਹੋ ਜੀ ਤੁਸੀਂ ਤਾਂ ਫੇਲ ਹੋ ਗਏ, ਕਾਂਗਰਸ ਵਾਲਿਆਂ ਨੂੰ ਕਹੋ ਤੁਸੀਂ ਫੇਲ ਹੋ ਗਏ, ਅਕਾਲੀ ਆਮ ਆਦਮੀ ਪਾਰਟੀ ਵਾਲਿਆਂ ਨੂੰ ਕਹੋ ਤੁਸੀਂ ਕਿੱਥੇ ਹੋ, ਤੁਸੀਂ ਫੇਲ ਹੋ ਗਏ। ਆਪੋਜੀਸ਼ਨ ਹੈਜ਼ ਫੇਲਡ ਕੰਪਲੀਟਲੀ, ਬਿਲਕੁਲ, ਹੈ ਨਾ। ਪਰ ਜੇ ਉਹਦੇ ਪਿੱਛੇ ਕੋਈ ਪੋਲੀਟੀਕਲ ਪਾਰਟੀ ਹੈ, ਜੇ ਉਹਦੇ ਪਿੱਛੇ ਕੋਈ ਕਿਸੇ ਕਲਾਕਾਰ ਨੂੰ ਅੱਗੇ ਦਿਖਾ ਕੇ, ਕਿਸੇ ਹੋਰ ਬੁੱਧੀਜੀਵੀ ਨੂੰ ਦਿਖਾ ਕੇ ਕਿ ਕੋਈ ਪੋਲੀਟੀਕਲ ਪਾਰਟੀ ਆਪਦੇ ਝੰਡੇ ਲੈ ਕੇ ਆ ਜਾਂਦੀ ਹੈ, ਕੋਈ ਜਥੇਬੰਦੀ ਆਪਦੀ ਝੰਡੇ ਲੈ ਕੇ ਆ ਜਾਂਦੀ ਹੈ, ਉਹ ਤਾਂ ਫਿਰ ਪੋਲਿਟਿਕਸ ਹੀ ਹੋ ਰਹੀ। ਬਿਲਕੁਲ। ਜਿਹੜੇ ਪੰਜਾਬ ਦੇ ਵਿੱਚ ਇਹ ਕਹਿ ਕੇ ਜਿੱਤ ਕੇ ਗਏ ਨੇ ਸਨੀ ਦਿਓਲ ਕਿ ਮੈਂ ਪੰਜਾਬ ਦਾ ਪੁੱਤ ਹਾਂ, ਜਿੱਥੇ ਕਹੋਗੇ ਮੈਂ ਨਾਲ ਖੜਾ, ਹਾਲੇ ਤੱਕ ਸਨੀ ਦਿਓਲ ਹੋਰਾਂ ਦੇ ਵੱਲੋਂ ਕੋਈ ਪ੍ਰਤੀਕਿਰਿਆ ਆਈ ਨਹੀਂ। ਉਹ ਕੇਂਦਰ ਦਾ ਹਿੱਸਾ ਨੇ, ਸਰਕਾਰ ਦਾ ਹਿੱਸਾ, ਗੱਲ ਕਰ ਸਕਦੇ ਆ ਬਹਿ ਕੇ, ਕਿਉਂਕਿ ਉਹ ਪੰਜਾਬ ਦੇ ਨੁਮਾਇੰਦੇ ਨੇ, ਪ੍ਰੈਜ਼ੈਂਟ ਕਰਦੇ ਆ ਪੰਜਾਬ ਨੂੰ। ਦੂਜੀ ਗੱਲ ਕਿ ਜੇ ਇਹ ਅਦਾਕਾਰ ਨਹੀਂ ਬੋਲ ਰਹੇ ਜਾਂ ਸਨੀ ਦਿਓਲ ਨਹੀਂ ਬੋਲ ਰਹੇ ਤਾਂ ਕੀ ਉਮੀਦ ਕੀਤੀ ਜਾ ਸਕਦੀ ਹੈ ਕਿ ਬੰਬੇ ਤੋਂ ਕੋਈ ਵੀ ਆਏਗਾ, ਪੰਜਾਬ ਨੂੰ ਭਰਮਾਏਗਾ ਤੇ ਪੋਲਿਟਿਕਸ ਦੇ ਵਿੱਚ ਆਪਣਾ ਨਾਮ ਚਮਕਾ ਕੇ ਚਲਾ ਜਾਏਗਾ? ਇਹਨੂੰ ਤੁਸੀਂ ਕਿਵੇਂ ਦੇਖਦੇ? ਸਨੀ ਬਾਈ ਬੋਲਦੇ ਨੇ, ਗੁਰੂ ਰੰਧਾਵਾ ਬੋਲਦੇ, ਇਹ ਸਰਕਾਰ ਬਿੱਲ ਵਾਪਸ ਲੈ ਲੂਗੀ, ਇਹ ਜਿਹੜੀ ਲੈਜਿਸਲੇਸ਼ਨ ਬਣ ਗਈ ਆ ਹੁਣ ਇਹਨੂੰ ਰੀਸੈਂਡ ਕਰ ਦੇਣਗੇ ਜੀ, ਨਹੀਂ ਕਰਨਗੇ। ਸਨੀ ਬਾਈ ਦੇ ਕਹਿਣ ਨਾਲ ਡੈਫੀਨਿਟਲੀ ਮੈਂ ਵੀ ਆਸ ਕਰਦਾ ਸੀ ਸਾਡੇ ਨਾਲ ਖੜਨਗੇ, ਸਰਕਾਰ ਦਾ ਹਿੱਸਾ ਨੇ ਉਹ। ਹਾਂ, ਆਸ ਆਪਾਂ ਸਾਰੇ ਕਰਦੇ ਹਾਂ, ਪਰ ਹੁਣ ਉਹ ਨੈਗੇਟਿਵਿਟੀ ਤੇ ਰਹੀਏ, ਉਹ ਨੈਗੇਟਿਵਿਟੀ ਫੈਲਾਈ ਜਾਈਏ, ਉਹਦਾ ਤਾਂ ਫਿਰ ਜੇ ਉਹ ਪ੍ਰੋਪੇਗੈਂਡਾ ਸਰਕਾਰ ਕਰ ਰਹੀ ਹੈ, ਅਸੀਂ ਖੜਾ ਕਰ ਰਹੇ ਹਾਂ, ਉਹਦਾ ਕੋਈ ਮਤਲਬ ਨਹੀਂ ਹੈ। ਸਤਿ ਸ਼੍ਰੀ ਅਕਾਲ, ਵਿਜ਼ਨ ਪੰਜਾਬ ਟੀਵੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਸਟ੍ਰੇਟ ਟਾਕ, ਯਾਨੀ ਕਿ ਸਿੱਧੀ ਗੱਲਬਾਤ, ਤੇ ਮੈਂ ਆ ਰਵੀ ਸੰਗਰਾਹੁਰ। ਪੰਜਾਬ ਦੇ ਵਿੱਚ ਇਸ ਵੇਲੇ ਮਾਹੌਲ ਜਿਹੜਾ ਹੈ ਉਹ ਦੱਸਣ ਦੀ ਵੀ ਜ਼ਰੂਰਤ ਨਹੀਂ ਹੈਗੀ। ਸਾਡੇ ਵਿਦੇਸ਼ ਦੇ ਵਿੱਚ ਬੈਠੇ ਜਿੰਨੇ ਵੀ ਵੀਵਰਸ ਹੈ, ਸਾਰਿਆਂ ਨੂੰ ਪਤਾ ਹੈ ਕਿ ਮਾਹੌਲ ਪੰਜਾਬ ਦੇ ਵਿੱਚ ਗਰਮਾਇਆ ਹੋਇਆ ਹੈ ਕਿਸਾਨੀ ਕੁਝ ਮੰਗਾਂ ਨੂੰ ਲੈ ਕੇ। ਕੇਂਦਰ ਸਰਕਾਰ ਦੇ ਵੱਲੋਂ 3 ਆਰਡੀਨੈਂਸ ਲਿਆਂਦੇ ਗਏ। ਆਰਡੀਨੈਂਸ ਤੋਂ ਬਿੱਲ ਦੇ ਰੂਪ ਦੇ ਵਿੱਚ ਸੰਸਦ 'ਚ ਪੇਸ਼ ਹੁੰਦੇ ਆ, ਪਾਸ ਹੋ ਜਾਂਦੇ ਆ, ਰਾਜ ਸਭਾ 'ਚ ਪਾਸ ਹੁੰਦੇ ਆ ਤੇ ਰਾਸ਼ਟਰਪਤੀ ਵੱਲੋਂ ਸਾਈਨ ਹੁੰਦੇ ਆ ਤੇ ਉਹ ਬਿੱਲ ਕਾਨੂੰਨ ਦਾ ਰੂਪ ਲੈ ਲੈਂਦੇ ਆ। ਪਹਿਲੇ ਦਿਨ ਤੋਂ, ਜਿਸ ਦਿਨ ਤੋਂ ਜੂਨ ਤੋਂ ਲੈ ਕੇ ਇਹ ਸਿਲਸਿਲਾ ਸ਼ੁਰੂ ਹੁੰਦਾ, ਕਿਸਾਨ ਲਗਾਤਾਰ ਇਸ ਦਾ ਵਿਰੋਧ ਕਰਦਾ ਆਉਂਦਾ, ਪਰ ਕੇਂਦਰ ਸਰਕਾਰ ਇੱਕ ਵੀ ਸੁਣਨ ਦੇ ਰੌਂਚ ਨਹੀਂ ਨਜ਼ਰ ਆਈ, ਨਾ ਪਹਿਲਾਂ ਤੇ ਨਾ ਹੀ ਹੁਣ। ਮੈਂ ਜ਼ਿਕਰ ਕਰਦਾ ਇੱਕ ਫਿਲਮ ਤੁਸੀਂ ਦੇਖੀ ਹੋਣੀ ਆ, ਜੋਰਾ 10 ਨੰਬਰੀਆ। ਉਸ ਦੇ ਵਿੱਚ ਇੱਕ ਨੌਜਵਾਨ ਹੈ, ਉਸ ਨੌਜਵਾਨ ਦੇ ਪਰਿਵਾਰ ਤੇ ਹਮਲਾ ਹੁੰਦਾ ਹੈ। ਨੌਜਵਾਨ ਇਨਸਾਫ ਲੈਣ ਦੇ ਲਈ ਬਹੁਤ ਹਾੜੇ ਕੱਢਦਾ, ਸਿਸਟਮ ਤੋਂ ਵੀ ਦੁਖੀ ਹੋ ਜਾਂਦਾ, ਸਿਸਟਮ ਵੀ ਇਨਸਾਫ ਨਹੀਂ ਦਿੰਦਾ। ਉਸ ਫਿਲਮ ਦੇ ਵਿੱਚ ਜਿਹੜੇ ਨਾਇਕ ਸੀ, ਜਾਣੀ ਹੀਰੋ ਸੀ, ਉਹ ਸੀ ਦੀਪ ਸਿੱਧੂ। ਜੋਰਾ ਦੇ ਰੂਪ ਦੇ ਵਿੱਚ ਉਹਨਾਂ ਦੇ ਕਰੈਕਟਰ ਦਾ ਨਾਮ ਸੀ। ਤੇ ਇਸ ਵੇਲੇ ਜੋ ਸਿਸਟਮ ਸ਼ੁਰੂ ਹੋਇਆ, ਜੋ ਸੰਘਰਸ਼ ਚੱਲ ਰਹੇ ਹੈ, ਜੋ ਅੰਦੋਲਨ ਸ਼ੁਰੂ ਹੋਇਆ, ਉਹਨਾਂ ਦੇ ਵਿੱਚ ਵੀ ਉਹੀ ਨੌਜਵਾਨ ਜੋਰਾ, ਜਾਣੀ ਕਿ ਦੀਪ ਸਿੱਧੂ, ਨਾਇਕ ਦੇ ਰੂਪ 'ਚ ਇੱਕ ਵਾਰ ਫੇਰ ਸਾਹਮਣੇ ਆਇਆ। ਅਸਲ ਜ਼ਿੰਦਗੀ ਦੇ ਵਿੱਚ ਬੰਦਾ ਉੱਦਾਂ ਦਾ ਹੋਵੇ ਜਾਂ ਨਾ ਹੋਵੇ ਜ਼ਰੂਰੀ ਨਹੀਂ ਹੁੰਦਾ, ਪਰ ਦੀਪ ਸਿੱਧੂ ਬਾਰੇ ਨੌਜਵਾਨ ਇਹੋ ਹੀ ਮੰਨਦੇ ਆ ਕਿ ਇਹ ਉਹੀ ਜੋਰਾ ਹੈ ਜੋ ਫਿਲਮ ਦੇ ਵਿੱਚ ਸੀ ਤੇ ਅੱਜ ਅਸਲ ਜ਼ਿੰਦਗੀ ਦੇ ਵਿੱਚ ਵੀ ਉਹੀ ਹੈ। ਸਾਡੇ ਨਾਲ ਹੈ ਬਾਈ ਜੀ, ਉਹਨਾਂ ਦਾ ਸਵਾਗਤ ਕਰ ਲੈਂਦੇ ਆ। ਦੀਪ ਸਿੱਧੂ ਜੀ, ਬਾਈ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਮੈਂ ਜ਼ਿਕਰ ਕੀਤਾ ਤੁਹਾਡੀ ਮੂਵੀ ਦਾ, ਤੁਹਾਡੀ ਮੂਵੀ ਨੂੰ ਨੌਜਵਾਨਾਂ ਨੇ ਬਹੁਤ ਪਿਆਰ ਦਿੱਤਾ ਸੀ ਤੇ ਉਸੇ ਤਰ੍ਹਾਂ ਦਾ ਹੀ ਕੁਝ ਇਸ ਵੇਲੇ ਵੀ ਨਜ਼ਰ ਆਉਂਦਾ ਹੈ। ਹਾਂਜੀ, ਤੁਸੀਂ ਹੀਰੋ ਬਣ ਕੇ ਵੀ ਸਾਹਮਣੇ ਆਉਂਦੇ ਹੋ, ਨਾਇਕ ਬਣ ਕੇ ਸਾਹਮਣੇ ਆਉਂਦੇ ਹੋ। ਹਾਂਜੀ, ਦਿਮਾਗ 'ਚ ਕਿਵੇਂ ਆਇਆ ਸੀ ਕਿ ਹੁਣ ਹਮਲਾ ਹੋਇਆ ਅਸਲ 'ਚ ਪੰਜਾਬ ਤੇ ਸਾਡੇ ਪਰਿਵਾਰ ਤੇ, ਤਾਂ ਹੁਣ ਮੈਨੂੰ ਉੱਠਣਾ ਚਾਹੀਦਾ, ਮੈਨੂੰ ਆਵਾਜ਼ ਚੁੱਕਣੀ ਚਾਹੀਦੀ ਆ? ਪਹਿਲੀ ਗੱਲ ਤਾਂ ਸਾਨੂੰ ਇਹ ਸਮਝਣ ਦੀ ਜ਼ਰੂਰਤ ਆ, ਜਦੋਂ ਤੁਸੀਂ ਵੀ ਜਿਸ ਤਰ੍ਹਾਂ ਮੈਨੂੰ ਮੇਰੀ ਆਈਡੈਂਟੀਟੀ ਜਾਂ ਮੇਰੀ ਇੱਕ ਰੂਪ ਰੇਖਾ ਬੰਨੀ, ਉਹ ਕੋਈ ਹੀਰੋ ਨਹੀਂ ਹੁੰਦੇ। ਦੇਖੋ, ਜੇ ਅਸੀਂ ਆਪਦੇ ਆਪ ਨੂੰ ਨਾਇਕ ਹੀਰੋ ਮੰਨਣ ਲੱਗ ਗਏ ਤਾਂ ਸਾਡੇ 'ਚ ਮੈਂ ਹਉਮੈ ਆ ਜਾਂਦੀ ਆ। ਫਿਰ ਜਿਹੜੀ ਧਰਤੀ ਤੇ ਲੜਾਈ ਲੜਨੀ ਆ ਨਾ, ਉਹ ਕਿਤੇ ਨਾ ਕਿਤੇ ਅਧੂਰੀ ਰਹਿ ਜਾਂਦੀ ਹੈ। ਬਿਲਕੁਲ ਅਧੂਰੇ ਸੱਚ ਨੂੰ ਫੜ ਕੇ, ਕਿਉਂਕਿ ਕਿਤੇ ਨਾ ਕਿਤੇ ਉਹ ਨਿੱਜ ਆਪਦੀ ਜਿਹੜਾ ਇੱਕ ਆਈਡੈਂਟੀਟੀ ਨੂੰ ਲੈ ਕੇ ਜਾਂ ਆਪਦੀ ਮੈਂ ਨੂੰ ਲੈ ਕੇ, ਹਉਮੈ ਨੂੰ ਲੈ ਕੇ ਉਹ ਬਣਨਾ ਸ਼ੁਰੂ ਹੋ ਜਾਂਦਾ। ਬਿਲਕੁਲ ਇਸ ਚੀਜ਼ ਤੋਂ ਤਾਂ ਦੂਰ ਰਹਿਣਾ ਪੈਂਦਾ। ਇਹ ਤਾਂ ਸਮਰਪਿਤ ਹੋ ਕੇ, ਸਮਰਪਣ ਕਰਕੇ ਫੇਰ ਲੜਾਈ ਲੜੀ ਜਾਣੀ ਆ, ਕਿਉਂਕਿ ਸਾਡੀ ਹੋਂਦ ਦੀ ਲੜਾਈ ਆ ਜੀ। ਹੋਂਦ ਦੀ ਲੜਾਈ ਕਿਉਂ ਆ?
ਜਦੋਂ ਤੁਹਾਡੇ ਤੋਂ ਕੋਈ ਧਰਤੀ ਖੋਹ ਲੈਂਦਾ, ਤੁਹਾਨੂੰ ਤੁਹਾਡੀ ਧਰਤੀ ਨਾਲ ਜੋੜ, ਤੁਹਾਡਾ ਜਿਹੜਾ ਲਗਾਓ ਆ ਧਰਤੀ ਨਾਲ, ਸਾਡਾ ਜਿਹੜਾ ਬਹੁਤ ਕੁਝ ਜੁੜਿਆ ਹੁੰਦਾ, ਉਹ ਸਭ ਕੁਝ ਖੁਰ ਜਾਂਦਾ। ਬਿਲਕੁਲ। ਹੁਣ ਸਾਡੇ ਪਾਣੀਆਂ ਤੇ ਹਮਲੇ ਹੋਏ, ਸਾਡੇ ਪਹਿਲਾਂ ਇਕਨੋਮਿਕ ਹਮਲੇ ਵੀ ਹੋਏ ਸਾਡੇ ਤੇ, ਫਿਰ ਸਾਡੇ ਤੇ ਫਲਸਫਿਆਂ ਦੇ ਵੀ ਹਮਲੇ ਹੋਏ, ਸਾਡੇ ਇਤਿਹਾਸ, ਸਾਡੀ ਮਾਂ ਬੋਲੀ, ਕਦੇ ਕੁਛ ਨਹੀਂ ਹੋਇਆ ਇਹਨਾਂ ਤੋਂ, ਕਿਉਂਕਿ ਪੰਜਾਬ ਨੂੰ ਆਪਦੇ ਗਲਬੇ 'ਚ ਲੈਣਾ ਸੀ। ਪੰਜਾਬ ਕਦੇ ਗਲਬੇ 'ਚ ਨਹੀਂ ਆਇਆ। ਸਾਡੇ ਤੇ ਨਸ਼ੇ ਵੀ ਸੱਟੇ ਗਏ, ਬਿਰਤਾਂਤ ਵੀ ਰਚੇ ਗਏ, ਕਮਜ਼ੋਰ ਕਰਨ ਦੇ ਲਈ ਵੱਖ-ਵੱਖ। ਹਾਂਜੀ, ਪਰ ਪੰਜਾਬੀਆਂ 'ਚ ਇੱਕ ਜਜ਼ਬਾ, ਉਹ ਜ਼ੀਰੋ ਤੋਂ ਹੀਰੋ ਹੋ ਜਾਂਦੇ ਆ, ਰਾਤੋਂ ਰਾਤ ਹੀ ਹੋ ਜਾਂਦੇ ਆ। ਇਹ ਗੱਲ ਇਹਨਾਂ ਦੇ ਸਮਝ ਨਹੀਂ ਆ ਸਕਦੀ। ਬਿਲਕੁਲ। ਹੁਣ ਫਿਰ ਇਹਨਾਂ ਦੇ ਗ੍ਰੰਥਾਂ ਤੇ ਗੱਲ ਆਓ, ਜਿੱਥੇ ਮੈਨੂੰ ਲੱਗਦਾ ਚਿਣਗ, ਇਹਨਾਂ ਨੂੰ ਲੱਗਦਾ ਵੀ ਉੱਥੋਂ ਚਿਣਗ ਮਿਲਦੀ ਆ, ਜਾਂ ਇਹਨਾਂ ਦੀ ਧਰਤੀ ਤੇ ਆਓ। ਫਿਰ ਜੇ ਤੁਹਾਡੇ ਗਲ ਨੂੰ ਕੋਈ ਹੱਥ ਪਾਉਂਦਾ ਤੇ ਤੁਸੀਂ ਉਸ ਤੋਂ ਬਾਅਦ ਸੈਲਫ ਪ੍ਰਾਈਡ ਤੇ ਜਦੋਂ ਗੱਲ ਆ ਜੇ, ਫਿਰ ਪੰਜਾਬੀ ਉੱਠਦੇ ਆ, ਫਿਰ ਪੰਜਾਬੀ ਅੰਦੋਲਨ, ਰੈਵੋਲੂਸ਼ਨ ਸ਼ੁਰੂ ਕਰਦੇ ਆ, ਲੜਦੇ ਆ। ਉਹੀ ਮੇਰੇ ਨਾਲ ਹੋਇਆ ਜੀ। ਜੀ ਹਾਂਜੀ ਬਾਈ ਜੀ, ਇਹਦੇ ਵਿੱਚੋਂ ਹੀ ਇੱਕ ਸਵਾਲ ਨਿਕਲ ਕੇ ਆਉਂਦਾ ਹੈ। ਤੁਸੀਂ 3-4 ਚੀਜ਼ਾਂ ਦਾ ਜ਼ਿਕਰ ਕੀਤਾ ਹੈ, ਜਿਸ ਦੇ ਵਿੱਚ ਸਭ ਤੋਂ ਪਹਿਲਾਂ ਸੀ ਕਿ ਨੌਜਵਾਨੀ ਨੂੰ ਨਸ਼ਿਆਂ ਦੇ ਕਲਾਵੇ 'ਚ ਲੈਣ ਦੀ ਕੋਸ਼ਿਸ਼ ਕੀਤੀ ਗਈ, ਸਾਡੀ ਮਾਂ ਬੋਲੀ 'ਤੇ ਹਮਲਾ ਹੁੰਦਾ ਹੈ, ਪਾਣੀਆਂ 'ਤੇ ਹਮਲਾ ਹੁੰਦਾ ਹੈ, ਕਿਉਂਕਿ ਇਹ ਲੜਾਈ ਬੜੇ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ, ਅੱਜ ਦੀ ਨਹੀਂ ਹੈਗੀ। ਪਰ ਆਪ ਬੇਸ਼ੱਕ ਆਰਡੀਨੈਂਸ ਦਾ ਮਾਮਲਾ ਪਿਛਲੇ 2-3 ਮਹੀਨਿਆਂ ਤੋਂ ਜਨਮਿਆ, ਇਸ ਤੋਂ ਪਹਿਲਾਂ ਵੀ ਪੰਜਾਬ ਤੇ ਬਹੁਤ ਸਾਰੀਆਂ ਹਵਾਵਾਂ ਵਗਦੀਆਂ ਰਹੀਆਂ। ਉਸ ਵੇਲੇ ਦੀਪ ਸਿੱਧੂ ਹੋਰੀ ਜਾਂ ਤੁਹਾਡੇ ਨਾਲ ਜਿੰਨੇ ਵੀ ਅੱਜ ਆਰਟਿਸਟ ਅੱਜ ਗਰਾਊਂਡ ਤੇ ਲੜਾਈ ਲੜ ਰਹੇ ਆ, ਉਸ ਵੇਲੇ ਨਹੀਂ ਤੁਹਾਨੂੰ ਲੱਗਦਾ ਸੀ ਕਿ ਹੁਣ ਵੀ ਆਵਾਜ਼ ਚੁੱਕਣੀ ਬਣਦੀ ਆ? ਮੈਂ ਉਹੀ ਕਹਿਣਾ ਨਾ ਜੀ, ਗੁੱਸਾ ਇੱਕ ਉਭਾਰ ਹੁੰਦਾ, ਜਿਹੜਾ ਅੱਜ ਉਭਾਰ ਆਇਆ, ਜਿਹੜਾ ਅੱਜ ਲੋਕਾਂ ਦੇ ਮਨਾਂ ਦੇ ਅੰਦਰ ਜਿਹੜਾ ਗੁੱਸਾ ਸੀ, ਉਹਦਾ ਪ੍ਰਗਟਾਵਾ ਹੋ ਰਿਹਾ, ਉਹ ਕੋਈ ਕੱਲੀ ਕਿਸਾਨੀ ਦੇ ਆਰਡੀਨੈਂਸ ਦਾ ਨਹੀਂ ਹੈ। ਸਮਝਣ ਦੀ ਜ਼ਰੂਰਤ ਆ, ਕੱਲੀ MSP ਦੀ ਲੜਾਈ ਨਹੀਂ ਹੈ। ਸਾਡੇ ਤੇ ਜਦੋਂ ਮੈਂ ਕਹਿੰਦਾ ਸਾਡੀ ਮਾਂ ਬੋਲੀ ਤੇ ਹਮਲਾ ਹੋਇਆ, ਅਸੀਂ ਉਹ ਰੋਹ ਵੀ ਆਪਦੇ ਅੰਦਰ ਪਾਲੀ ਗਏ। ਸਾਡੇ ਤੇ ਪਾਣੀਆਂ ਤੇ ਹਮਲਾ ਹੋਇਆ ਸੀ, ਉਹ ਰੋਹ ਵੀ ਪਾਲੀ ਗਏ ਜੀ। ਸਾਡੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਗਲੀਆਂ 'ਚ ਖਿਲਾਰੇ ਗਏ, ਉਹ ਵੀ ਰੋਹ ਸਾਡੇ ਅੰਦਰ। ਹੁਣ ਗੁਰੂ ਗ੍ਰੰਥ ਸਾਹਿਬ ਦੇ ਸਾਡੇ ਪਾਵਨ ਸਰੂਪ ਗਏ ਕਿੱਥੇ? 328 ਸਰੂਪਾਂ ਦਾ ਮਾਮਲਾ, ਉਹ ਰੋਹ ਵੀ ਅੰਦਰ। ਸੋ ਇਹ ਜਿਹੜਾ ਉਭਾਰ ਤੁਸੀਂ ਦੇਖ ਰਹੇ ਹੋ ਨਾ, ਇਹ ਬੜੇ ਚਿਰਾਂ ਦਾ ਸਾਡੇ ਅੰਦਰ ਜਿਹੜਾ ਰੋਹ ਅਸੀਂ ਪਾਲੀ ਬੈਠੇ ਸੀ, ਉਹ ਉਭਾਰ ਆ। ਹੁਣ ਉਹ ਕਿਤੇ ਨਾ ਕਿਤੇ ਆ ਕੇ ਉਹਨੇ ਫਲੇਅਰ ਅਪ ਜਾਨੀ ਹੁਣ ਫਿਰ ਪਾਣੀ ਸਿਰਾਂ ਤੋਂ ਲੰਘ ਗਿਆ। ਪਾਣੀ, ਮੈਂ ਉਹੀ ਕਹਿੰਦਾ, ਹੋਂਦ ਦੀ ਲੜਾਈ ਹੈ। ਜੇ ਤੁਹਾਨੂੰ ਤੁਹਾਡੀ ਮਿੱਟੀ ਨਾਲੋਂ ਤੋੜਤਾ, ਠੀਕ ਆ, ਫਿਰ ਤੁਹਾਡੇ ਪੈਰ ਨਹੀਂ ਲੱਗਣੇ ਕਿਤੇ ਜੀ। ਸੋ ਇਹ ਗੱਲ ਸਮਝਣੀ ਬਹੁਤ ਜ਼ਰੂਰੀ ਆ। ਯਹੂਦੀਆਂ ਦੇ ਜਦੋਂ ਤੱਕ ਉਹਨਾਂ ਕੋਲੇ ਆਪਦੀ ਮਿੱਟੀ ਨਹੀਂ ਸੀ, ਉਹਨਾਂ ਕੋਲੇ ਬੜੇ ਵੱਡੇ ਅਹੁਦੇ ਰਹੇ ਆ, ਜਰਨਲ ਕਰਨਲ ਰਹੇ ਆ, ਉਹ ਸਾਇੰਟਿਸਟ ਰਹੇ ਆ, ਲਿਟਰੇਚਰ 'ਚ ਬੜਾ ਬਾਕਮਾਲ ਉਹਨਾਂ ਦਾ ਯੋਗਦਾਨ ਸੀ, ਪਰ ਉਹਨਾਂ ਦੇ ਪੈਰ ਨਹੀਂ ਲੱਗੇ ਦੁਨੀਆ 'ਚ। ਪੈਰ ਉਦਾਂ ਹੀ ਲੱਗੇ ਜਿੱਦਾਂ ਧਰਤੀ ਮਿਲ ਗਈ। ਜੇ ਸਾਨੂੰ ਸਾਡੀ ਧਰਤੀ ਨਾਲੋਂ ਪੱਟਤਾ, ਫਿਰ ਸਾਡੇ ਵੀ ਕਿਤੇ ਪੈਰ ਨਹੀਂ ਲੱਗਣੇ। ਸਾਡੀ ਹੋਂਦ ਦੀ ਲੜਾਈ ਆ। ਬਿਲਕੁਲ ਬਾਈ ਜੀ, ਤੁਹਾਨੂੰ ਲੱਗਦਾ ਹੈ ਕਿ ਜਿਸ ਤਰੀਕੇ ਦੇ ਨਾਲ ਨੌਜਵਾਨੀ ਤੁਹਾਨੂੰ ਫੋਲੋ ਕਰਦੀ ਹੈ, ਨੌਜਵਾਨ ਤੁਹਾਡੇ ਵੱਡੇ ਵੱਡੇ ਇਕੱਠ ਜਿੱਥੇ ਤੁਸੀਂ ਬੁਲਾਉਣੇ ਆ, ਉੱਥੇ ਕਈ ਹਜ਼ਾਰਾਂ ਦੇ ਰੂਪ ਦੇ ਵਿੱਚ ਨੌਜਵਾਨ ਪਹੁੰਚਦੇ ਆ, ਕਿਸਾਨ ਪਹੁੰਚਦੇ ਆ, ਹਰ ਇੱਕ ਵਰਗ ਪਹੁੰਚਦਾ, ਤੁਹਾਨੂੰ ਲੱਗਦਾ ਹੈ ਕਿ ਇਹ ਲੜਾਈ ਸਿਰਫ ਇਕੱਠ ਨਾਲ ਜਿੱਤੀ ਜਾ ਸਕਦੀ ਹੈ? ਨਹੀਂ ਜੀ, ਦੇਖੋ ਗੱਲ ਐ ਆ, ਲੜਾਈ ਪਹਿਲਾਂ ਤਾਂ ਇਹ ਦੇਖਣਾ ਵੀ ਲੜ ਕਿਹਦੇ ਨਾਲ ਰਹੇ ਆ। ਜਿਹੜੀ ਧਿਰ ਨਾਲ ਲੜ ਰਹੇ ਆ, ਉਹਨਾਂ ਨੇ ਆਪਦੇ ਆਪ ਨੂੰ ਲਾਮਬੰਦ ਹੀ ਨਹੀਂ ਕੀਤਾ। ਇੱਕ ਬਹੁਤ ਵੱਡੀ ਗਿਣਤੀ ਨਹੀਂ ਉਹਨਾਂ ਨੇ ਸਿਰਫ ਬਣਾਈ, ਉਹਨਾਂ ਨੇ ਇੱਕ ਵਿਚਾਰਧਾਰਾ ਦੇਤੀ ਉਹਨਾਂ ਨੂੰ ਜੀ। ਉਹ ਆਈਡੀਓਲੋਜੀਕਲੀ ਮੋਟੀਵੇਟਡ ਧਿਰ ਆ, ਹਨਾ। ਉੱਥੇ ਇਕਨੋਮਿਕ ਜਾਂ ਉਹਨਾਂ ਦੇ ਕੋਈ ਪੈਸੇ ਦਾ ਲੈਣ ਦੇਣ ਦੇ ਸਰੋਕਾਰ ਨਹੀਂ ਹੋਣਗੇ। ਜਦੋਂ ਆਈਡੀਓਲੋਜੀ ਮੋਟੀਵੇਟਡ ਕਰਦੀ ਆ ਤੁਹਾਨੂੰ, ਫਿਰ ਤੁਸੀਂ ਇਹਨਾਂ ਪੈਸਿਆਂ ਤੋਂ ਜਾਂ ਹੋਰ ਚੀਜ਼ਾਂ ਤੋਂ ਜਿਹੜੀਆਂ ਮਟੀਰੀਅਲਿਸਟਿਕ ਆ, ਉਹ ਤੋਂ ਅੱਗੇ ਲੰਘ ਜਾਂਦੇ ਹੋ। ਤਾਂ ਇਸ ਕਰਕੇ ਅਸੀਂ ਬੜੀ ਆਰਗੇਨਾਈਜ਼ ਧਿਰ, ਜਿਹੜੀ ਆਈਡੀਓਲੋਜੀਕਲੀ ਮੋਟੀਵੇਟਡ ਧਿਰ ਆ, ਉਹਦੇ ਨਾਲ ਲੜ ਰਹੇ ਆ। ਉਹਨਾਂ ਨੇ ਇੱਕ ਟੀਚਾ ਮਿਥਿਆ ਹੋਇਆ ਵੀ ਅਸੀਂ ਭਾਰਤ ਨੇਸ਼ਨ ਨੂੰ ਬਿਲਡ ਕਰਨਾ। ਕਿਵੇਂ ਕਰਨਾ? ਆ ਫਲਾਨਾ ਢੰਗ ਆ ਸਾਡਾ, ਇਸ ਤਰ੍ਹਾਂ ਕਰਨਾ, ਇੱਥੋਂ ਦੀ ਵੰਨ-ਸੁਵੰਨਤਾ ਖਤਮ ਕਰਨੀ ਆ, ਇੱਥੋਂ ਦੀ ਵਿਲੱਖਣਤਾ ਖਤਮ ਕਰਨੀ ਆ, ਇੱਥੋਂ ਦੀ ਕਲਚਰਲ ਡਾਇਵਰਸਿਟੀ ਖਤਮ ਕਰਨੀ ਆ। ਜੇ ਪੰਜਾਬ ਵਾਲਾ ਪੰਜਾਬ ਦੀ ਧਰਤੀ ਨਾਲ ਜੁੜਿਆ ਹੋਇਆ ਸੀ, ਉਹਨੂੰ ਪੱਟ ਕੇ ਉੱਥੋਂ, ਤੇ ਅਸੀਂ ਜਿਵੇਂ ਅਸੀਂ ਚਾਹੁੰਦੇ ਆ ਉਵੇਂ ਉਹ ਜੁੜੇ, ਉਵੇਂ ਸੋਚੇ, ਉਵੇਂ ਖਾਵੇ, ਉਵੇਂ ਪੀਵੇ। ਤਾਂ ਅਸੀਂ ਹੋਰ ਜਿਹੜੀਆਂ ਵੰਨ-ਸੁਵੰਨਤਾ, ਚਾਹੇ ਉਹ ਹਿਮਾਚਲ 'ਚ ਹੋਵੇ, ਹਰਿਆਣੇ 'ਚ ਹੋਵੇ, ਸਾਊਥ 'ਚ ਹੋਵੇ, ਤਾਮਿਲਨਾਡੂ 'ਚ, ਕੇਰਲਾ 'ਚ, ਉਹ ਕਿਸੇ ਨੂੰ ਵੀ, ਕਸ਼ਮੀਰ 'ਚ ਹੋਵੇ, ਉਹ ਕਿਸੇ ਵੀ ਵੰਨ-ਸੁਵੰਨਤਾ ਨੂੰ, ਕਲਚਰਲ ਡਾਇਵਰਸਿਟੀ ਨੂੰ ਨਹੀਂ ਚਾਹੁੰਦੇ ਵੀ ਇੱਥੇ ਰਹੇ। ਉਹ ਆਪਦੀ ਤਰ੍ਹਾਂ ਦੀ ਕੌਮ ਸਿਰਜਣ ਦੀ ਜਿੱਦ ਫੜੀ ਬੈਠੇ ਆ ਜੀ। ਬਾਈ ਜੀ, ਫਿਰ ਆਪਾਂ ਇੱਕ ਵਾਰ ਗੱਲ ਉਹੀ ਕਰਦੇ ਹਾਂ ਕਿ ਲਾਮਬੰਦੀਆਂ ਦੀ ਤੁਸੀਂ ਗੱਲ ਕੀਤੀ। ਜਿਸ ਤਰੀਕੇ ਵੱਖ-ਵੱਖ ਸਟੇਜਾਂ ਤੋਂ, ਚਾਹੇ ਤੁਹਾਡੀ ਸਟੇਜ ਹੋਵੇ, ਚਾਹੇ ਕਿਸਾਨਾਂ ਦੀ ਸਟੇਜ ਹੋਵੇ,
ਕਿਉਂਕਿ ਕੱਲੀ ਲੜਾਈ ਪਹਿਲਾਂ ਸਾਡੇ ਬਾਬੇ ਲੜਦੇ ਹੁੰਦੇ ਸੀ ਜਦੋਂ ਕਿਸਾਨ ਯੂਨੀਅਨਾਂ ਸੀ, ਕੱਲੇ ਬਜ਼ੁਰਗ ਸੀ, ਉਹ ਲੜਾਈ ਲੜਦੇ ਵੀ ਸੀ, ਉਹਨਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਵੀ ਆਉਂਦੀਆਂ ਸੀ, ਲੜਾਈਆਂ ਜਿੱਤੀਆਂ ਵੀ ਆ ਉਹਨਾਂ ਨੇ। ਪਰ ਇਸ ਵੇਲੇ ਲੜਾਈ ਹਰ ਇੱਕ ਉਸ ਬਾਸ਼ਿੰਦੇ ਦੀ ਆ, ਉਸ ਪੰਜਾਬੀ ਦੀ ਆ ਜਿਹੜਾ ਇਸ ਧਰਤੀ ਤੇ ਰਹਿੰਦਾ, ਇਸ ਪੰਜਾਬ ਦੇ ਵਿੱਚ ਰਹਿੰਦਾ। ਹਾਂਜੀ, ਸਟੇਜਾਂ ਤੋਂ ਗੱਲਾਂ ਹੁੰਦੀਆਂ ਹੈ ਕਿ ਸਾਡਾ ਪੰਜਾਬ ਉਹ ਹੈ ਜਿਸ ਨੇ ਇਤਿਹਾਸ ਰਚਤੇ, ਜਿਸ ਨੇ ਬਹੁਤ ਵੱਡੀਆਂ ਤਾਕਤਾਂ ਜਿਹੜੀਆਂ ਸੀ ਜਦੋਂ ਵੀ ਪੰਜਾਬ ਤੇ ਹਮਲੇ ਹੁੰਦੇ ਸੀ ਉਹਨਾਂ ਦੇ ਦੰਦ ਖੱਟੇ ਕੀਤੇ ਆ। ਇਸ ਵੇਲੇ ਵੀ ਕੁਝ ਸਿਚੁਏਸ਼ਨ ਇਦਾਂ ਦੀ ਆ। ਤੁਹਾਨੂੰ ਲੱਗਦਾ ਹੈ ਨੌਜਵਾਨ ਜਾਂ ਪੰਜਾਬ ਦਾ ਹਰ ਬਾਸ਼ਿੰਦਾ ਇਸ ਅੱਜ ਦੇ ਮਾਹੌਲ ਦੇ ਵਿੱਚ ਐਡਾ ਕੁ ਉਜਾਗਰ ਹੈਗਾ, ਐਡਾ ਕੁ ਲਾਮਬੰਦ ਹੈਗਾ ਕਿ ਉਸ ਤਰ੍ਹਾਂ ਦਾ ਇਤਿਹਾਸ ਇੱਕ ਵਾਰ ਫੇਰ ਦੁਹਰਾ ਸਕਦਾ? ਦੇਖੋ, ਪਹਿਲੀ ਗੱਲ ਸਮਝਣ ਦੀ ਜ਼ਰੂਰਤ ਆ, ਹਰ ਕਿਸੇ ਨੂੰ ਹਰ ਕੁਝ ਨਹੀਂ ਪਤਾ ਹੁੰਦਾ। ਲੜਨ ਵਾਲੀ ਧਿਰ ਹੋਰ ਹੁੰਦੀ ਆ, ਜਿਹੜੀ ਤੁਹਾਡੀ ਸਟ੍ਰੈਟਜੀ ਬਣਾਉਂਦੀ ਆ, ਵਿਉਂਤਬੰਦੀ ਕਰਦੀ ਆ, ਉਹ ਧਿਰ ਹੋਰ ਹੁੰਦੀ ਆ ਜੀ, ਹਨਾ। ਇੰਨੀ ਕੁ ਗੱਲ ਜ਼ਰੂਰ ਪਤਾ ਹੋਵੇ ਵੀ ਸਾਡਾ ਦੁਸ਼ਮਣ ਕੌਣ ਆ। ਸਾਨੂੰ 70 ਸਾਲ ਹੋ ਗਏ ਆਜ਼ਾਦੀ ਤੋਂ ਬਾਅਦ, 70-75 ਸਾਲ ਹੋ ਗਏ, ਹਜੇ ਤੱਕ ਸਾਨੂੰ ਇਹ ਨਹੀਂ ਪਤਾ ਲੱਗਿਆ ਸੀ ਦੁਸ਼ਮਣ ਕੌਣ ਆ। ਪਹਿਲੀ ਵਾਰੀ ਐਡੀ ਲਾਮਬੰਦੀ ਹੋਈ ਆ, ਸਾਨੂੰ ਪਤਾ ਲੱਗ ਗਿਆ ਵੀ ਸਾਡਾ ਦੁਸ਼ਮਣ ਕੌਣ ਆ। ਬਿਲਕੁਲ ਠੀਕ ਹੈ, ਨੌਜਵਾਨ ਵੀ ਤਾਂ ਹੀ ਦਿਖ ਰਿਹਾ ਤੁਹਾਨੂੰ, ਹਰ ਵਰਗ ਤਾਂ ਦਿਖ ਰਿਹਾ ਵੀ ਇਹ ਪੰਜਾਬ ਦੇ ਦੁਸ਼ਮਣ ਆ। ਕਸ਼ਮੀਰ ਵਾਲੇ ਕਹਿੰਦੇ ਕਸ਼ਮੀਰ ਦੇ ਦੁਸ਼ਮਣ ਆ, ਸਾਊਥ ਵਾਲੇ ਕਹਿੰਦੇ ਸਾਊਥ, ਤੇ ਤਾਮਿਲਨਾਡੂ ਵਾਲੇ ਕਹਿੰਦੇ ਤਾਮਿਲਨਾਡੂ ਦੇ ਦੁਸ਼ਮਣ ਆ। ਬਿਲਕੁਲ, ਹਨਾ। ਦੁਸ਼ਮਣ ਕਿਵੇਂ ਆ? ਉਹ ਵਿਚਾਰਧਾਰਕ ਸੋਚ ਆ, ਉਹ ਤੁਹਾਡੀ ਪੰਜਾਬੀ ਹੋਂਦ ਨੂੰ, ਸਾਡੇ ਭਾਈਚਾਰੇ ਨੂੰ, ਪਿਆਰ ਨੂੰ, ਆਪਸੀ ਸਾਂਝ ਨੂੰ ਜਮਾ ਖਤਮ ਕਰਨ ਤੇ ਤੁਲੇ ਹੋਏ ਆ। ਸੋ ਇਸ ਕਰਕੇ ਸਾਨੂੰ ਸਮਝਣੀ ਪਊਗੀ ਇਹ ਗੱਲ ਵੀ ਇੱਕ ਇੰਡੀਆ ਟੈਰੀਟੋਰੀਅਲ ਸਪੇਸ ਆ ਜਿੱਥੇ ਬਹੁਤ ਕੌਮੀਅਤ, ਵੱਖ-ਵੱਖ ਤਰ੍ਹਾਂ ਦੀਆਂ ਸੱਭਿਅਤਾਵਾਂ ਰਹਿੰਦੀਆਂ, ਬਿਲਕੁਲ ਵੱਖ-ਵੱਖ ਤਰ੍ਹਾਂ ਦੇ ਲੋਕ ਰਹਿੰਦੇ ਆ, ਉਹਨਾਂ ਦਾ ਆਪਦਾ ਗਿਆਨ ਵਿਗਿਆਨ ਆ, ਆਪਦੇ ਫੇਥ ਆ, ਆਪਦੇ ਤਰ੍ਹਾਂ ਦੀ ਸੋਚ ਆ, ਰੀਤੀ ਰਿਵਾਜ ਆ। ਬਿਲਕੁਲ, ਉਹਨੂੰ ਮਾਣ ਸਨਮਾਨ ਦੇਣਾ ਚਾਹੀਦਾ। ਇਹ ਵਖਰੇਵੇਂ ਨੂੰ ਮਾਣ ਸਨਮਾਨ ਦੇਣਾ ਚਾਹੀਦਾ। ਜੇ ਵਖਰੇਵਾ ਨਹੀਂ ਹੋਊਗਾ, ਵਿਚਾਰਾਂ ਦਾ ਵਖਰੇਵਾ ਵੀ ਨਹੀਂ ਹੋਊਗਾ, ਤਾਂ ਕਦੇ ਵੀ ਵਿਕਾਸ ਨਹੀਂ ਹੋ ਸਕਦਾ। ਬਿਲਕੁਲ। ਸੋ ਇਸ ਕਰਕੇ ਇਹ ਜਿਹੜੀ ਸੋਚ ਲੈ ਕੇ ਆ ਰਹੇ ਆ, ਉਹ ਇੱਕ ਫਾਰਸ਼ੀਵਾਦ, ਫਾਸਿਜ਼ਮ ਦੀ ਸੋਚ ਆ, ਤੇ ਇਹਨੂੰ ਬਾਹਲੀ ਦੇਰ ਤੁਸੀਂ ਲੈ ਕੇ ਚੱਲ ਨਹੀਂ ਸਕਦੇ, ਕਿਉਂਕਿ ਹਿਟਲਰ, ਨੈਪੋਲੀਅਨ ਤੋਂ ਲੈ ਕੇ ਹਿਟਲਰ ਵਰਗੇ, ਮੁਸਲਿਨ ਅਰਗੇ ਨਹੀਂ ਰਹੇ, ਤਾਂ ਫਿਰ ਇਹਨਾਂ ਨੇ ਕਿੱਥੋਂ ਰਹਿਣਾ? ਜੀ ਦੀਪ ਭਾਈ, ਬਹੁਤ ਵੱਡਾ ਇਕੱਠ ਹੋਇਆ। 25 ਸਤੰਬਰ ਦੀ ਕਾਲ ਸੀ ਕਿ ਅਸੀਂ ਸਾਰਾ ਪੰਜਾਬ ਬੰਦ ਰੱਖਣਾ। ਵੱਖ-ਵੱਖ ਥਾਵਾਂ ਤੇ ਵੱਡੇ ਪ੍ਰੋਟੈਸਟ ਹੋਏ, ਜਿਹੜਾ ਇੱਕ ਇਤਿਹਾਸ ਵਾਕਿਆ ਹੀ ਪੰਜਾਬ ਦੇ ਵਿੱਚ ਰਚਿਆ ਗਿਆ ਕਿ ਹਾਂ ਪੰਜਾਬ ਜਾਗ ਉੱਠਿਆ, ਉਸ ਨੂੰ ਜ਼ਰੂਰਤ ਹੈ ਅੱਜ ਜਾਗਣ ਦੀ, ਅੱਜ ਲੜਨ ਦੀ। ਤੁਹਾਡੀ ਸਟੇਜ ਤੋਂ ਬਹੁਤ ਸਾਰੇ ਬੁਲਾਰੇ ਬੋਲੇ, ਆਰਟਿਸਟ ਵੀ ਆਏ, ਉੱਥੇ ਕਿਸਾਨ ਜਥੇਬੰਦੀਆਂ ਵੀ ਆਈਆਂ, ਧਾਰਮਿਕ ਜਥੇਬੰਦੀਆਂ ਵੀ ਆਈਆਂ, ਹਾਲਾਂਕਿ ਕਾਮਰੇਡ ਵੀ ਆਏ, ਤੇ ਕੁਝ ਕੁ ਬੁਲਾਰੇ ਖਾਲਿਸਤਾਨ ਦੇ ਵੀ ਸੀ। ਤੁਹਾਨੂੰ ਨਹੀਂ ਲੱਗਦਾ ਕਿ ਮੈਂ ਤੁਹਾਨੂੰ ਸਵਾਲ ਇਹ ਕਰਦਾ ਕਿ ਕਿਸ ਤਰ੍ਹਾਂ ਦੀ ਸਟੇਜ ਚਾਹੁੰਦੇ ਹੋ ਤੁਸੀਂ? ਕਿ ਉਸ ਤੁਹਾਡੀ ਸਟੇਜ ਤੋਂ ਜਾਂ ਕੋਈ ਵੀ ਸਟੇਜ ਹੋਵੇ, ਉਸ 'ਤੇ ਹਰ ਤਰ੍ਹਾਂ ਦਾ ਬੁਲਾਰਾ ਆ ਸਕਦਾ ਹੈ, ਹਰ ਧਿਰ ਆ ਸਕਦੀ ਹੈ, ਜਾਂ ਤੁਹਾਨੂੰ ਲੱਗਦਾ ਹੈ ਕਿ ਕਿਸ ਤਰ੍ਹਾਂ ਦਾ ਤੁਸੀਂ ਚਾਹੁੰਦੇ ਹੋ ਕਿ ਕਿਸ ਤਰ੍ਹਾਂ ਦਾ ਪੰਜਾਬ ਹੋਵੇ, ਕਿਸ ਤਰ੍ਹਾਂ ਦਾ ਸਿਰਜਣਾ ਚਾਹੁੰਦੇ ਹੋ? ਦੇਖੋ, ਮੈਂ ਹਮੇਸ਼ਾ ਇੱਕ ਗੱਲ ਕਹਿਣਾ ਹੁੰਦਾ, ਸੰਵਾਦ ਕਰੋ, ਹਨਾ। ਹਰ ਤਰ੍ਹਾਂ ਦੀ ਵਿਚਾਰ, ਹਰ ਤਰ੍ਹਾਂ ਦੇ ਮਤ ਹੋਣਗੇ, ਕੋਈ ਰੈਡੀਕਲਸ ਵੀ ਹੋਣਗੇ, ਉਹ ਕਹਿਣਗੇ ਇਹ ਐਂ ਹੋਣੀ ਚਾਹੀਦੀ ਹੈ ਗੱਲ। ਐਕਸਟ੍ਰੀਮ ਰਾਈਟ, ਐਕਸਟ੍ਰੀਮ ਲੈਫਟ ਵੀ ਹੋਣਗੇ, ਹਨਾ। ਸਾਨੂੰ ਸੰਵਾਦ ਤਾਂ ਕਰਨਾ ਚਾਹੀਦਾ ਨਾ। ਜੇ ਅਸੀਂ ਕਹੀਏ ਇਹੋ ਜਿਹੀ ਸਟੇਜ ਹੀ ਹੋਵੇ, ਫਿਰ ਸਾਡੇ 'ਚ ਤੇ ਦਿੱਲੀ 'ਚ ਕੋਈ ਫਰਕ ਨਹੀਂ ਰਹਿ ਗਿਆ। ਜੇ ਅਸੀਂ ਲੋਕਾਂ ਦੀ ਆਵਾਜ਼ ਦੱਬਾਂਗੇ, ਸਾਡੇ 'ਚ ਕੋਈ ਫਰਕ ਨਹੀਂ ਰਹਿ ਗਿਆ। ਅਸੀਂ ਕਹਿੰਦੇ ਹਾਂ ਤੁਸੀਂ ਆਓ। ਮੇਰੀ ਆਪਦੀ ਜਿਹੜੀ ਮੱਤ ਆ, ਮੈਂ ਹਮੇਸ਼ਾ ਮੰਨਦਾ ਹੁੰਦਾ, ਗੁਰੂ ਨਾਨਕ ਸਾਹਿਬ ਦੇ ਫਲਸਫੇ ਤੋਂ ਨਾ ਇੱਧਰ ਨਾ ਉੱਧਰ, ਹਨਾ। ਮੈਂ ਇਹ ਕਹਿਣਾ ਵੀ ਪੰਜਾਬ ਨੂੰ ਗੁਰੂ ਨਾਨਕ ਸਾਹਿਬ ਦੇ ਫਲਸਫੇ ਤੋਂ ਬਿਨਾਂ, ਜਾਂ ਸਿੱਖੀ ਤੋਂ ਬਿਨਾਂ, ਜਾਂ ਪੰਜਾਬ ਨੂੰ ਕਿਸਾਨੀ ਤੋਂ ਬਿਨਾਂ ਨਹੀਂ ਕਲਪਿਆ ਜਾ ਸਕਦਾ। ਬਿਲਕੁਲ, ਹਨਾ। ਇਸ ਕਰਕੇ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਣ ਬੋ, ਇਹੀ ਫਲਸਫਾ। ਇਹਦੇ 'ਚ ਦਰਜਾ ਬਦਰਜੀ ਨਹੀਂ ਆ, ਇਹਦੇ 'ਚ ਕੋਈ ਊਚ ਨੀਚ ਨਹੀਂ ਆ ਬਈ। ਬਿਲਕੁਲ, ਤੁਹਾਡੀ ਗੱਲ ਵਿੱਚ ਹੈ। ਤੁਹਾਨੂੰ ਨਹੀਂ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਜੋਸ਼ ਦੇ ਨਾਲ ਤੁਸੀਂ ਆਏ ਹੋ, ਜੋਸ਼ ਦੇ ਨਾਲ ਤੁਹਾਡੇ ਨਾਲ ਹੋਰ ਆਰਟਿਸਟ ਤੁਹਾਡੀ ਕਾਲ ਤੇ ਵੀ ਆਏ ਆ, ਆਪ ਮੁਹਾਰੇ ਵੀ ਸ਼ਾਮਲ ਹੋਏ, ਨੌਜਵਾਨ ਵੀ ਆਪ ਮੁਹਾਰੇ ਸ਼ਾਮਲ ਹੋਏ, ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਇਹ ਚੀਜ਼ ਸਾਡੇ ਵਾਸਤੇ ਕਮਜ਼ੋਰੀ ਬਣ ਸਕਦੀ ਹੈ? ਕੋਈ ਇਸ ਤਰ੍ਹਾਂ ਦੀਆਂ ਤਾਕਤਾਂ ਜਿਹੜੀਆਂ ਇਸ ਸੰਘਰਸ਼ ਨੂੰ ਤਾਰ-ਪੀਡੋ ਕਰਨ ਦੇ ਲਈ ਜਿਹੜੀਆਂ ਬਜ਼ਿੱਦ ਹੋਣਗੀਆਂ, ਜਾਂ ਤਾਰ-ਪੀਡੋ ਕਰਨ ਦੇ ਲਈ ਕੁਝ ਕੋਸ਼ਿਸ਼ਾਂ ਕਰ ਸਕਦੀਆਂ? ਭਾਈ, ਇੱਕ ਗੱਲ ਦਾ ਯਾਦ ਰੱਖਿਓ ਤੁਸੀਂ, ਕੱਲੀ ਰਾਜਸੀ ਸਮਝ ਇੰਪੋਰਟੈਂਟ ਨਹੀਂ ਹੁੰਦੀ, ਕੱਲੀ ਸਮਾਜਿਕ ਸਮਝ ਇੰਪੋਰਟੈਂਟ ਨਹੀਂ ਹੁੰਦੀ। ਆਤਮਿਕ ਗਿਆਨ ਦੀ ਸਮਝ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਜਿੱਥੇ ਸਾਡੇ ਕਿਰਦਾਰ ਸਿਰਜੇ ਜਾਂਦੇ ਆ। ਹੁਣ
ਜੇ ਤੁਹਾਡੇ ਅੰਦਰ ਸੱਚਾਈ ਆ ਨਾ, ਜੇ ਤੁਸੀਂ ਸੱਚ ਨੂੰ ਆਪਦੇ ਅੰਦਰ ਲੈ ਕੇ ਚੱਲ ਰਹੇ ਹੋ ਤਾਂ ਇੱਕ ਬਹੁਤ ਵੱਡੀ ਪਾਵਰ ਤੁਹਾਡੇ ਲਈ ਕੰਮ ਕਰ ਰਹੀ ਆ ਅਦ੍ਰਿਸ਼ ਰੂਪ 'ਚ। ਬਿਲਕੁਲ ਹਨਾ, ਅਕਾਲ ਪੁਰਖ ਵਾਹਿਗੁਰੂ ਦੀ ਇੱਕ ਬਹੁਤ ਵੱਡੀ ਪਾਵਰ ਤੁਹਾਡੇ ਲਈ ਕੰਮ ਕਰਦੀ ਹੈ। ਇਹ ਕਹਿਣ ਦੀ ਗੱਲ ਨਹੀਂ ਆ, ਇਹ ਮਹਿਸੂਸ ਕਰਨ ਦੀ, ਮੈਂ ਦੇਖਿਆ ਪ੍ਰਤਿਆਈ ਹੋਈ ਪ੍ਰਤੱਖ ਗੱਲ ਆ। ਬਿਲਕੁਲ ਠੀਕ ਆ। ਇਸ ਕਰਕੇ ਤੁਹਾਨੂੰ ਇਹਨਾਂ ਗੱਲਾਂ ਦਾ ਬਾਹਲਾ ਧਿਆਨ ਦੇਣ ਦੀ ਜ਼ਰੂਰਤ ਨਹੀਂ ਹੁੰਦੀ। ਠੀਕ ਹੈ, ਥੋੜੇ ਜਿਹੇ ਫਿਲਟਰ ਲਾ ਦਿਓ ਤਾਂ ਕਿ ਸਿੰਘ ਨਾ ਫਸਾਈ ਫਿਰਨ, ਕਿਉਂਕਿ ਸਾਡੇ 'ਚ ਜਿਹੜਾ ਹਾਂਜੀ ਜਿਹੜਾ ਜਜ਼ਬਾ ਪੰਜਾਬੀਆਂ 'ਚ ਉਹ ਦੋਨੇ ਪਾਸੇ ਤੁਰ ਪੈਂਦਾ, ਆਪਸ 'ਚ ਵੀ ਉਲਝ ਜਾਂਦੇ ਆ, ਗਾਹ ਨਾਲ ਅੱਗੇ ਵੀ ਉਲਝ ਜਾਂਦੇ। ਪਰ ਸਾਨੂੰ ਤਰੀਕਾ ਸਲੀਕਾ ਸਿੱਖਣਾ ਪਊਗਾ, ਸਾਨੂੰ ਲਿਆਕਤ ਸਿੱਖਣੀ ਪਊਗੀ, ਤਹਿਜ਼ੀਬ ਬਹੁਤ ਜ਼ਰੂਰੀ ਹੈ ਹਨਾ। ਇਹਨਾਂ ਗੱਲਾਂ ਤੋਂ ਬਿਨਾਂ ਅਸੀਂ ਕਹਿ ਦਈਏ ਵੀ ਪੰਜਾਬ ਨੂੰ ਸਿਰਜ ਲਾਂਗੇ, ਅਸੀਂ ਨਹੀਂ ਸਿਰਜ ਸਕਦੇ, ਕਿਉਂਕਿ ਜਦੋਂ ਤੱਕ ਸੰਵਾਦ ਕਰਨ ਦਾ ਸਾਡੇ ਕੋਲੇ ਤਰੀਕਾ ਸਲੀਕਾ ਨਹੀਂ ਆ, ਸਾਨੂੰ ਵੱਖ-ਵੱਖ ਵਿਚਾਰਾਂ ਦੇ ਵਖਰੇਵਿਆਂ ਨੂੰ ਮਾਣ ਸਨਮਾਨ ਦੇਣ ਦਾ ਤਰੀਕਾ ਸਲੀਕਾ ਨਹੀਂ ਆ, ਇੱਕ ਚੰਗੇ ਸਮਾਜ ਦੀ ਸੇਧ ਜਾਂ ਵਿਕਾਸ ਹੋਣਾ ਬਹੁਤ ਮੁਸ਼ਕਲ ਆ। ਜੀ ਬਹੁਤ ਧੰਨਵਾਦ। ਤਾਂ ਬਾਈ ਦੀਪ ਸਿੱਧੂ ਹੋਰਾਂ ਦੇ ਨਾਲ ਗੱਲਬਾਤ ਸਾਡੀ ਇਸੇ ਤਰ੍ਹਾਂ ਜਾਰੀ ਰਹਿਣੀ ਹੈ, ਪਰ ਸਮਾਂ ਇੱਕ ਵਕਫੇ ਦਾ ਹੈ, ਜਲਦ ਹਾਜ਼ਰ ਹੋਵਾਂਗੇ। ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ। ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ ਤੇ ਪ੍ਰੋਗਰਾਮ ਚੱਲ ਰਿਹਾ ਹੈ ਸਟੇਟ ਟਾਕ, ਤੇ ਸਾਡੇ ਨਾਲ ਖਾਸ ਮਹਿਮਾਨ ਨੇ ਅੱਜ ਬਾਈ ਦੀਪ ਸਿੱਧੂ। ਬਾਈ ਜੀ ਇੱਕ ਫਿਕਰਮੰਦੀ ਦੀ ਗੱਲ ਕਰ ਲੈਂਦੇ ਆ, ਤੁਹਾਨੂੰ ਸਵਾਲ ਨਹੀਂ ਹੈਗਾ ਕੋਈ, ਮੈਂ ਸਿਰਫ ਤੁਹਾਡੀ ਪ੍ਰਤੀਕਿਰਿਆ ਚਾਹੁੰਦਾ ਕਿ ਪਿਛਲੇ ਟਾਈਮ ਦੇ ਵਿੱਚ ਪਾਕਿਸਤਾਨ ਤੋਂ ਬਹੁਤ ਸਾਰੇ ਲੋਕ ਉਧਰਲੇ ਮਾਹੌਲ ਤੋਂ ਦੁਖੀ ਹੋ ਕੇ ਸਾਡੇ ਭਾਰਤ ਵੱਲ ਨੂੰ ਆਏ ਸੀ, ਕੁਝ ਸਾਡੇ ਪੰਜਾਬ ਦੇ ਵੀ ਰਹਿਣ ਵਾਲੇ ਸੀ, ਜਿਨ੍ਹਾਂ ਨੇ ਆ ਕੇ ਆਪਣਾ ਦੁੱਖੜਾ ਰੋਇਆ ਕਿ ਸਿੱਖ ਕਮਿਊਨਿਟੀ ਨੂੰ ਉਧਰ ਬਹੁਤ ਖਤਰਾ ਹੈ। ਇਹ ਖਬਰਾਂ ਬੜੀਆਂ ਨਸ਼ਰ ਹੁੰਦੀਆਂ ਰਹੀਆਂ। ਉਧਰਲੇ ਲੋਕ ਉੱਠ ਕੇ ਸਾਡੇ ਵਾਲੇ ਪਾਸੇ ਆਏ ਤੇ ਸ਼ਰਨ ਮੰਗੀ ਕਿ ਅਸੀਂ ਇੱਥੋਂ ਦੇ ਰਹਿਣ ਵਾਲੇ ਹਾਂ, ਸਾਡਾ ਇਹ ਜਿਹੜਾ ਕਹਿ ਲਓ ਕਿ ਇੱਕ ਸਿੱਖ ਰਾਜ ਇੱਥੇ ਸਥਾਪਿਤ ਸੀ, ਸਾਨੂੰ ਸ਼ਰਨ ਦਿਓ, ਅਸੀਂ ਕੇਂਦਰ ਸਰਕਾਰ ਕੋਲੇ ਵੀ ਅਪੀਲ ਕਰਨੀ ਹੈ। ਪਰ ਇਸ ਵੇਲੇ ਆਪਾਂ ਕੀ ਮਹਿਸੂਸ ਕਰੀਏ ਬਾਈ, ਇੱਕ ਸਲਾਹ ਲੈਣੀ ਚਾਹੁੰਦਾ, ਤੁਹਾਡੀ ਪ੍ਰਤੀਕਿਰਿਆ ਲੈਣੀ ਚਾਹੁੰਦਾ, ਕੀ ਸਮਝੀਏ ਕਿ ਅਸੀਂ ਆਪਣੀ ਹੀ ਧਰਤੀ ਤੇ ਇੱਕ ਕਹਿ ਲਓ ਕਿ ਇਹ ਬਣ ਕੇ ਰਹਿ ਗਏ ਕਿ ਸਾਡੀ ਧਰਤੀ ਨਹੀਂ ਹੈਗੀ, ਸਾਨੂੰ ਧਕੇਲਿਆ ਜਾ ਰਿਹਾ, ਜਾਣ ਬੁੱਝ ਕੇ ਸਾਨੂੰ ਉਕਸਾਇਆ ਜਾ ਰਿਹਾ, ਕਿਤੇ ਪਾਕਿਸਤਾਨ ਵਰਗਾ ਮਾਹੌਲ ਪੈਦਾ ਕੀਤਾ ਜਾ ਰਿਹਾ? ਨਹੀਂ, ਦੇਖੋ ਇਹ ਗੱਲ ਨਹੀਂ ਹੈ। ਬੇਸਿਕਸ ਨੂੰ ਸਮਝਣਾ ਹੁੰਦਾ, ਸਾਡੇ ਫੰਡਾਮੈਂਟਲਸ ਕੀ ਆ, ਪ੍ਰਿੰਸੀਪਲਸ ਕੀ ਆ। ਅਕਾਲੀ ਫੂਲਾ ਸਿੰਘ ਕੋਲੇ ਇੱਕ ਵਾਰੀ ਕੋਈ ਮਰਾਠਾ ਵਾਰੀਅਰ ਆ ਗਿਆ ਜਿਹੜਾ ਅੰਗਰੇਜ਼ਾਂ ਦੇ ਖਿਲਾਫ ਲੜਿਆ ਸੀ ਜੀ। ਉਧਰੋਂ ਮਹਾਰਾਜਾ ਰਣਜੀਤ ਸਿੰਘ ਨੇ ਸੰਧੀ ਕੀਤੀ ਹੋਈ ਸੀ ਅੰਗਰੇਜ਼ਾਂ ਨਾਲ ਵੀ ਅਸੀਂ ਤੁਹਾਡੇ ਵੱਲ ਨਹੀਂ ਝਾਕਾਂਗੇ, ਤੁਸੀਂ ਸਾਡੇ ਵੱਲ ਨਹੀਂ ਝਾਕੋਗੇ। ਹੁਣ ਅਕਾਲੀ ਫੂਲਾ ਸਿੰਘ ਸੀ ਜਿਹੜੇ ਉਸ ਵੇਲੇ ਉਹ ਵੀ ਆਪਦੇ ਆਪ 'ਚ ਬਹੁਤ ਵੱਡੀ ਜਿਹੜੀ ਸਾਡੀ ਸ਼ਖਸੀਅਤ ਆ। ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗਿਆ ਵੀ ਉੱਥੇ ਕੋਈ ਮਰਾਠਾ ਵਾਰੀਅਰ ਆ ਜਿਹੜਾ ਅੰਗਰੇਜ਼ਾਂ ਦੇ ਖਿਲਾਫ ਲੜ ਰਿਹਾ ਸੀ। ਅੰਗਰੇਜ਼ਾਂ ਨੇ ਹੀ ਚਿੱਠੀ ਲਿਖੀ ਮਹਾਰਾਜ ਸਾਹਿਬ ਨੂੰ, ਉਹਨਾਂ ਨੇ ਸਪਸ਼ਟੀਕਰਨ ਮੰਗ ਲਿਆ ਅਕਾਲੀ ਫੂਲਾ ਸਿੰਘ ਜੀ ਤੋਂ। ਹੁਣ ਸਾਡੇ ਅਕਾਲੀ ਫੂਲਾ ਸਿੰਘ ਜੀ ਅਕਾਲ ਤਖਤ ਦੇ ਜਥੇਦਾਰ, ਉਹਨਾਂ ਨੇ ਕਿਹਾ ਵੀ ਮੈਂ ਗੁਰੂ ਨਾਨਕ ਸਾਹਿਬ ਦੀ ਸ਼ਰਨ 'ਚ ਆਏ ਹੋਏ ਹਰ ਬੰਦੇ ਨੂੰ ਵੈਲਕਮ ਕਰੂੰਗਾ। ਜਿਹੜਾ ਬੰਦੇ ਨੇ ਆ ਕੇ ਸ਼ਰਨ ਨਹੀਂ ਮੰਗ ਲਈ, ਉਸ ਬੰਦੇ ਨੂੰ ਅਸੀਂ ਕਿਵੇਂ ਬਾਹਰ ਸਿੱਟ ਦਈਏ? ਤੇ ਸਾਡੇ ਗੁਰੂਆਂ ਨੇ, ਸਾਡੇ ਰਹਿਬਰਾਂ ਨੇ ਤਾਂ ਸਿਖਾਇਆ ਹੀ ਇਹ ਆ ਵੀ ਜਿੱਥੇ ਕੋਈ ਜ਼ਬਰ ਜ਼ੁਲਮ ਹੁੰਦਾ, ਜਿੱਥੇ ਕੋਈ ਆ ਕੇ ਤੁਹਾਡੇ ਸ਼ਰਨ 'ਚ ਆਉਂਦਾ, ਉਹਦੀ ਹੈਲਪ ਕਰੋ। ਤੇ ਕਹਿੰਦੇ ਜੇ ਇਹ ਗੱਲ ਆਏ ਨਹੀਂ ਸਮਝ ਆਊਗੀ ਤਾਂ ਫੈਸਲਾ ਮੈਦਾਨੇ ਜੰਗ 'ਚ ਕਰਾਂਗੇ। ਉਹ ਕਿਉਂ ਅਸੀਂ ਉਹਨਾਂ ਨੂੰ ਉਹਨਾਂ ਤੋਂ ਸੇਧ ਲੈਂਦੇ ਆ, ਉਹਨਾਂ ਸ਼ਖਸੀਅਤਾਂ ਤੋਂ ਕਿਉਂ ਸਿੱਖਦੇ ਆ, ਕਿਉਂ ਸਾਨੂੰ ਉਹ ਸ਼ਖਸੀਅਤਾਂ ਬਾਰ-ਬਾਰ ਯਾਦ ਆਉਂਦੀਆਂ? ਕਿਉਂ? ਕਿਉਂਕਿ ਇਹ ਬੁੱਤ ਪ੍ਰਸਤੀ ਕਰ ਲਓ ਵੀ ਸ਼ਰਧਾਂਜਲੀ ਦੇ ਲਓ, ਉਹਦਾ ਕੋਈ ਫਾਇਦਾ ਨਹੀਂ। ਬਿਲਕੁਲ, ਸ਼ਖਸੀਅਤ ਉਹੀ ਹੁੰਦੀ ਆ ਇਤਿਹਾਸ ਦੀ ਜਿਹੜੀ ਤੁਹਾਨੂੰ ਕੋਈ ਸੇਧ ਦੇ ਸਕੇ, ਸੋਚ ਨਾਲ ਚੱਲਿਆ ਜਾ ਸਕੇ, ਕੁਝ ਸਿਖਾ ਸਕੇ। ਹੁਣ ਸਾਡੇ ਬੇਸਿਕਸ ਕੀ ਆ, ਸਾਡੇ ਪ੍ਰਿੰਸੀਪਲਸ ਕੀ ਆ? ਇਹੀ ਆ। ਤੁਹਾਡੇ ਕੋਲ ਐਡਾ ਸੁਨਹਿਰੀ ਇਤਿਹਾਸ ਪਿਆ, ਤੁਹਾਨੂੰ ਕਿਤੇ ਜਾਣ ਦੀ ਜ਼ਰੂਰਤ ਹੀ ਨਹੀਂ ਆ ਵੀ ਜੇ ਪਾਕਿਸਤਾਨ ਤੋਂ ਆਏ ਸਾਡੀ ਸ਼ਰਨ 'ਚ ਹੀ ਆ ਗਏ, ਖਤਮ ਹੋ ਗਈ ਗੱਲ। ਬਿਲਕੁਲ, ਹਨਾ। ਸੋ ਇਸ ਕਰਕੇ ਜਦੋਂ ਸ਼ਰਨਾਰਥੀ ਨਾਲ ਬਿਹੇਵ ਕੀ ਕਰਨਾ, ਮਹਿਮਾਨ ਨਾਲ ਬਿਹੇਵ ਕੀ ਕਰਨਾ, ਇਨਸਾਨ ਨਾਲ ਬਿਹੇਵ ਕੀ ਕਰਨਾ, ਸਾਡੇ ਕੋਲੇ ਬਹੁਤ ਵੱਡੇ ਫਲਸਫੇ ਪਏ ਆ। ਉਹਨਾਂ ਫਲਸਫਿਆਂ ਨੂੰ ਤਾਂ ਤੋੜੀ ਜਾਂਦੇ ਆ, ਉੱਥੋਂ ਤਾਂ ਸਾਨੂੰ ਦੂਰ ਕਰੀ ਜਾਂਦੇ ਆ। ਜੇ ਅਸੀਂ ਕਹਿੰਦੇ ਆ ਹੋਂਦ ਦੀ ਲੜਾਈ ਆ, ਤਾਂ ਹੋਂਦ ਤਾਂ ਇਹੀ ਹੈ ਨਾ ਸਾਡੀ। ਬਿਲਕੁਲ। ਸੋ ਇਹੀ ਸਲਾਹ ਜੀ ਮੇਰੀ, ਸਾਡੇ ਇਤਿਹਾਸ ਤੋਂ ਸੇਧਾਂ ਲਓ, ਸ਼ਖਸੀਅਤਾਂ ਤੋਂ ਸੇਧਾਂ ਲਓ। ਉਹ ਸ਼ਖਸੀਅਤ ਤੁਹਾਨੂੰ ਸੇਧ ਵੀ ਦੇਊਗੀ ਤੇ ਪ੍ਰੇਰਨਾ ਵੀ ਦੇਊਗੀ। ਜੀ ਬਿਲਕੁਲ। ਬਾਈ ਜੀ ਆਪਾਂ ਇਹ ਤੋਂ ਹਟ ਕੇ ਗੱਲ ਕਰ ਲੈਂਦੇ ਆ। ਇਸ ਵੇਲੇ ਜੇ ਸਿਆਸੀ ਪਾਰਟੀਆਂ ਦੀ ਗੱਲਬਾਤ ਕਰੀਏ, ਦੇਖੋ
ਤੁਸੀਂ ਇਕੱਠੇ ਹੋ ਗਏ, ਆਰਟਿਸਟ ਇਕੱਠੇ ਹੋ ਗਏ, ਕਿਸਾਨ ਜਥੇਬੰਦੀਆਂ 31 ਇਸ ਵੇਲੇ ਪੰਜਾਬ ਦੇ ਵਿੱਚ ਜਿਹੜੀਆਂ ਸਰਗਰਮ ਨੇ ਉਹ ਵੀ ਇਕੱਠੀਆਂ ਸੀ ਤੇ ਤੁਹਾਡਾ ਆਪਸ ਦੇ ਵਿੱਚ ਵੀ ਤਾਲਮੇਲ ਹੋ ਗਿਆ। 14 ਮੈਂਬਰੀ ਕਮੇਟੀ ਜਿਹੜੀ ਆ ਉਹ ਵੀ ਗਠਿਤ ਹੋਣੀ ਆ। ਤੁਸੀਂ ਇਕੱਠੇ ਹੋ ਗਏ, ਪਰ ਜਿਹੜੀਆਂ ਸਿਆਸੀ ਪਾਰਟੀਆਂ ਹਾਲੇ ਵੀ ਵੱਖੋ ਵੱਖਰੇ ਝੰਡੇ ਨੇ ਉਹਨਾਂ ਦੇ, ਵੱਖੋ ਵੱਖਰੀ ਲੜਾਈ ਹੈ, ਵੱਖੋ ਵੱਖਰੀ ਉਹਨਾਂ ਦੀ ਸੋਚ ਹੈ, ਆਪੋ ਆਪਣੀ ਲੜਾਈ ਆਪਣੇ ਤਰੀਕੇ ਦੇ ਨਾਲ ਵਿੱਢੀ ਹੋਈ ਹੈ। ਤੁਹਾਨੂੰ ਲੱਗਦਾ ਉਹਨਾਂ ਤੋਂ ਕੋਈ ਨਾ ਕੋਈ ਉਮੀਦ ਰੱਖ ਸਕਦੇ ਹਾਂ ਅਸੀਂ? ਖਾਸ ਕਰਕੇ ਕਿਸਾਨੀ, ਜਦੋਂ ਕਿਸਾਨੀ ਦੇ ਧਰਨੇ ਜਾਂਦੇ ਉਹ ਕਹਿੰਦੇ ਅਸੀਂ ਬਿਨਾਂ ਕਿਸੇ ਸਿਆਸੀ ਝੰਡੇ ਤੋਂ ਲੜਨਾ। ਤੁਹਾਡੇ ਵੱਲੋਂ ਵੀ ਇਹੀ ਕਿਹਾ ਜਾਂਦਾ ਬਿਨਾਂ ਕਿਸੇ ਪਾਰਟੀ ਦੇ ਝੰਡੇ ਤੋਂ ਲੜਨਾ। ਫਿਰ ਤੁਹਾਨੂੰ ਲੱਗਦਾ ਹੈ ਕਿ ਉਹ ਵੱਖਰੇ ਲੜਦੇ ਆ, ਇੱਧਰੋਂ ਤੁਹਾਡੀ ਲੜਾਈ ਵੱਖਰੀ ਚੱਲੀ ਜਾਂਦੀ ਹੈ, ਜਿੱਤ ਮਿਲ ਸਕਦੀ ਹੈ? ਦੇਖੋ, ਇੱਕ ਗੱਲ ਸਮਝਣ ਦੀ ਜ਼ਰੂਰਤ ਆ, ਵੱਧ ਗਿਣਤੀ ਕੁਛ ਨਹੀਂ ਹੁੰਦੀ, ਤੁਹਾਡਾ ਸਿਧਾਂਤ ਕੀ ਆ ਇਹ ਇੰਪੋਰਟੈਂਟ ਹੁੰਦਾ। ਘੱਟ ਗਿਣਤੀਆਂ ਨੇ ਬਹੁਤ ਲੜਾਈਆਂ ਜਿੱਤੀਆਂ, ਘੱਟ ਗਿਣਤੀ ਨੇ ਹੀ ਖਾਲਸਾ ਰਾਜ ਮੇਰੇ ਖਿਆਲ 12-13% ਸੀ, ਬਹੁਤ ਗਿਣਤੀ ਤੇ ਰਾਜ ਕੀਤਾ। ਕਿਉਂ? ਸਿਧਾਂਤ ਬਹੁਤ ਕਰੜੇ ਸੀ, ਸਿਦਕ ਬੜੇ ਕਰੜੇ ਸੀ, ਕਿਰਦਾਰ ਬੜੇ ਉੱਚੇ ਸੀ। ਇਹਨਾਂ ਗੱਲਾਂ ਤੋਂ ਤਾਂ ਅਸੀਂ ਦੂਰ ਚਲੇ ਗਏ ਆ, ਵਿਸਾਰਤੀਆਂ ਗੱਲਾਂ। ਪਰ ਐਡੀ ਵੀ ਗੱਲ ਨਹੀਂ, ਜਿਵੇਂ ਮੈਂ ਕਿਹਾ ਸਾਡੇ 'ਚ ਜਜ਼ਬਾ ਉਹ ਆ, ਸਾਡੇ 'ਚ ਚਿਣਗੇ ਲਾਈ ਆ ਸਾਡੇ ਗੁਰੂਆਂ ਨੇ, ਅਸੀਂ ਜ਼ੀਰੋ ਤੋਂ ਹੀਰੋ ਹੋ ਜਾਂਦੇ ਆ। ਆ ਦੇਖ ਲਓ ਜਿਹੜੀ ਲਾਮਬੰਦੀ ਹੋਈ ਆ, ਪਰ ਸਿਆਸੀ ਧਿਰਾਂ ਨੇ ਕੁਛ ਨਹੀਂ ਦੇਣਾ। ਉਹਨਾਂ ਨੇ ਤਾਂ ਸਿਰਾਂ ਦੀ ਗਿਣਤੀ ਦੀ ਰਾਜਨੀਤੀ ਕਰਨੀ ਹੈ, ਉਹਨਾਂ ਨੇ ਕੁਛ ਨਹੀਂ ਦੇਣਾ ਸਾਨੂੰ। ਸੋ ਇਹ ਗੱਲ ਸਾਨੂੰ ਸਮਝਣੀ ਪਊਗੀ ਹੁਣ ਆ ਕੇ। ਜੇ 17 ਸਾਲਾਂ 'ਚ ਵੀ ਨਹੀਂ ਸਮਝੀ, ਫਿਰ ਮੈਨੂੰ ਲੱਗਦਾ ਬੜੀ ਚੰਗੀ ਗੱਲ ਨਹੀਂ। ਸਾਨੂੰ ਸਮਝਣੀ ਪਊਗੀ ਵੀ ਰੈਵੋਲੂਸ਼ਨ ਜਿਹੜੇ ਆਉਂਦੇ ਹੁੰਦੇ ਆ ਨਾ, ਉਹ ਲੋਕ ਹੀ ਲੈ ਕੇ ਆਉਂਦੇ, ਲੋਕ ਲਹਿਰ ਲੈ ਕੇ ਆਉਂਦੀ ਆ ਰੈਵੋਲੂਸ਼ਨ। ਤੇ ਇਸ ਰੈਵੋਲੂਸ਼ਨ ਨੇ ਇੱਥੋਂ ਦੀ ਪੂਰੀ ਜੀਓਪੋਲਿਟਿਕਸ ਦਾ ਫਿਊਚਰ ਡਿਸਾਈਡ ਕਰਨਾ। ਤੇ ਜੇ ਕਿਤੇ ਅਸੀਂ ਉਹ ਹੁਕਮਰਾਨਾਂ ਦੇ ਅੱਗੇ ਝੁਕ ਗਏ, ਉਹਨਾਂ ਦੀ ਹਉਮੈ ਬਹੁਤ ਵੱਡੀ ਵੱਧ ਜਾਣੀ ਆ। ਸੋ ਇਹ ਟਾਈਮ ਆ ਕੁਛ ਕਰਨ ਦਾ, ਇਹ ਟਾਈਮ ਆ ਉਹਨਾਂ ਨੂੰ ਆਵਾਜ਼ ਪਹੁੰਚਾ ਕੇ ਦੱਸਣ ਦਾ ਵੀ ਧੱਕਾ ਨਹੀਂ ਚੱਲੂਗਾ, ਹੈ ਨਾ। ਤਾਂ ਲਿਖਣ ਵਾਲੇ ਲਿਖਣ, ਬੋਲਣ ਵਾਲੇ ਬੋਲਣ। ਤੁਹਾਡੇ ਵਰਗੇ ਜਿਹੜੇ ਸਾਡੇ ਨਿਰਪੱਖ ਜਰਨਲਿਸਟ ਆ, ਉਹ ਆਪਦਾ ਜਰਨਲਿਜ਼ਮ ਵੀ ਨਿਰਪੱਖ ਤੌਰ ਤੇ ਕਰਨ, ਫੇਰ ਹੀ ਗੱਲ ਬਣਾਓ। ਬਿਲਕੁਲ ਬਾਈ, ਸਿਆਸੀ ਪਾਰਟੀਆਂ ਤੋਂ ਕੋਈ ਉਮੀਦ ਰੱਖਦੇ ਹੋ? ਬਹੁਤ ਲੰਬੇ ਸਮੇਂ ਤੋਂ ਕਹਿ ਲਓ ਕਿ ਇੱਥੇ ਸਰਕਾਰਾਂ ਆਉਂਦੀਆਂ ਰਹੀਆਂ, ਹਾਲਾਂਕਿ ਪੰਜਾਬ ਦੇ ਵਿੱਚ ਤਾਂ 2 ਹੀ ਸਰਗਰਮ ਰਹੀਆਂ, ਇੱਕ ਆਉਂਦਾ ਇੱਕ ਜਾਂਦਾ। ਪੰਜਾਬ ਦਾ ਕੀ ਹਾਲ ਹੈ ਸਭ ਦੇ ਸਾਹਮਣੇ ਆ। ਤੀਜੀ ਧਿਰ ਇੱਕ ਹੋਰ ਆ ਗਈ, ਆਮ ਆਦਮੀ ਪਾਰਟੀ। ਕਿਸੇ ਪਾਰਟੀ ਤੋਂ ਉਮੀਦ ਰੱਖਦੇ ਹੋ ਜਾਂ ਕਿਸੇ ਹੋਰ ਵੀ ਕਿਸੇ ਪਾਰਟੀ ਦੀ ਉਮੀਦ ਤੁਸੀਂ ਰੱਖਦੇ ਹੋ ਕਿ ਇੱਕ ਇੱਦਾਂ ਦੀ ਸਿਆਸੀ ਪਾਰਟੀ ਹੋਵੇ? ਕਿਉਂਕਿ ਜਿੰਨਾ ਟਾਈਮ ਤੁਹਾਡੇ ਕੋਲੇ ਤਾਕਤ ਨਹੀਂ ਹੈਗੀ, ਕੁਰਸੀ ਨਹੀਂ ਹੈਗੀ, ਕਲਮ ਨਹੀਂ ਹੈਗੀ, ਤਾਕਤ ਨਹੀਂ ਹੈਗੀ, ਉਹਨਾਂ ਟਾਈਮ ਤੁਸੀਂ ਕੋਈ ਫੈਸਲਾ ਲਾ ਨਹੀਂ ਸਕਦੇ, ਕਿਸੇ ਤੇ ਲਾਗੂ ਨਹੀਂ ਕਰ ਸਕਦੇ। ਤੁਹਾਨੂੰ ਲੱਗਦਾ ਕੋਈ ਇਸ ਤਰ੍ਹਾਂ? ਹਾਂਜੀ, ਮੈਂ ਇਹ ਕਹਿ ਰਿਹਾ, ਸਿਆਸੀ ਪਾਰਟੀਆਂ ਤੋਂ ਮੈਨੂੰ ਕੋਈ ਉਮੀਦ ਨਹੀਂ ਹੈ। ਕੋਈ ਹੋਰ ਸਿਆਸੀ ਪਾਰਟੀ ਹੋਵੇ ਉਹ ਬਾਅਦ ਦੀਆਂ ਗੱਲਾਂ। ਇਸ ਟਾਈਮ ਜੇ ਥੋੜਾ ਜਿਹਾ ਵੀ ਫੋਕਸ ਕਿਤੇ ਹੋਰ ਇੱਧਰ ਉੱਧਰ ਗਿਆ ਨਾ, ਜਿਹੜੀ ਆ ਲਹਿਰ ਬਣੀ ਆ, ਜਿਹੜਾ ਇੱਕ ਰੈਵੋਲੂਸ਼ਨ ਆ, ਜਿੱਥੇ ਇੱਕ ਕੌਮੀ ਚੇਤਨਾ ਪੈਦਾ ਕਰ ਸਕਦੇ ਆ, ਹਨਾ, ਕੁਝ ਲੈ ਸਕਦੇ ਆ, ਆਪਦੇ ਹੱਕ ਲੈ ਸਕਦੇ ਆ, ਇਹਨੇ ਡਿਫਿਊਜ਼ ਹੋ ਜਾਣਾ, ਇਹਨੇ ਡਾਇਵਰਟ ਵੀ ਹੋ ਜਾਣਾ। ਇਸ એનર્ਜੀ ਨੂੰ ਚੈਨਲਾਈਜ਼ ਕਰਕੇ ਰੱਖਣਾ, ਇਸ એનર્ਜੀ ਨੂੰ ਸਹੀ ਦਿਸ਼ਾ ਤੇ ਸੇਧ ਦੇਣੀ ਬਹੁਤ ਜ਼ਰੂਰੀ ਆ। ਸਾਡਾ ਪਰਸਪੈਕਟਿਵ ਕੀ ਹੋਣਾ ਚਾਹੀਦਾ, ਸਾਡੇ ਸਰੋਕਾਰ ਕੀ ਹੈ, ਹਨਾ। ਸਾਨੂੰ ਬਹੁਤ ਚੇਤਨਾ ਤੇ ਚਿੰਤਨ ਨਾਲ ਚੱਲਣਾ ਪਊਗਾ, ਕਿਉਂਕਿ ਇਹ ਲਾਮਬੰਦੀ ਰੋਜ਼-ਰੋਜ਼ ਨਹੀਂ ਹੁੰਦੀ। ਜੇ ਅਸੀਂ ਹੁਣ ਡਿੱਗ ਪਏ ਤਾਂ ਕੱਲ ਨੂੰ ਫੇਰ ਹੋਰ ਤਗੜੇ ਕਾਲੇ ਕਾਨੂੰਨ ਹੋਣਗੇ, ਹਨਾ। ਤਾਂ ਲੋਕਾਂ ਨੇ ਵਾਰ-ਵਾਰ ਨਹੀਂ ਲਾਮਬੰਦੀ ਕਰਨੀ, ਹੈ ਤਾਂ ਕਿਸੇ ਮੌਕੇ ਤੇ ਆ ਕੇ ਫਲੇਅਰ ਅਪ ਹੋਣੀ ਹੁੰਦੀ ਹੈ ਤੇ ਫਲੇਅਰ ਅਪ ਹੋਊਗੀ। ਸੋ ਇਹਨੂੰ ਸੇਧ ਤੇ ਦਿਸ਼ਾ ਦੇਣੀ ਉਹ ਬਹੁਤ ਜ਼ਰੂਰੀ ਹੈ ਇਸ ਟਾਈਮ। ਜੀ ਬਾਈ ਜੀ, ਕਲਾਕਾਰਾਂ ਦੀ ਆਪਾਂ ਇੱਕ ਵਾਰ ਫੇਰ ਗੱਲ ਕਰ ਲੈਂਦੇ ਆ। ਬਹੁਤ ਵੱਡੀ ਲੜਾਈ ਵਿੱਢੀ ਹੋਈ ਆ, ਖਾਸ ਕਰਕੇ ਆਰਟਿਸਟ ਨੇ। ਸਾਡੀ ਨਾ ਇੱਕ ਭਾਜਪਾ ਦੇ ਲੀਡਰ ਦੇ ਨਾਲ ਗੱਲਬਾਤ ਵੀ ਹੋਈ, ਇੰਟਰਵਿਊ ਹੋਇਆ, ਉਸ ਦੇ ਵਿੱਚ ਉਹਨਾਂ ਨੇ ਇੱਕ ਟਿੱਪਣੀ ਕੀਤੀ, ਕਹਿੰਦੇ ਕਲਾਕਾਰ ਸਿਰਫ ਹੁਣ ਨੇ ਤੁਹਾਡੇ ਨਾਲ, ਕਿਉਂਕਿ ਕੋਵਿਡ ਕਰਕੇ ਇਹਨਾਂ ਕੋਲੇ ਕੋਈ ਪ੍ਰੋਗਰਾਮ ਨਹੀਂ ਹੈਗਾ, ਕੋਈ ਇਹਨਾਂ ਦੀ ਸ਼ੂਟਿੰਗ ਨਹੀਂ ਚੱਲ ਰਹੀ। ਜਦੋਂ ਇਹਨਾਂ ਦਾ ਆਪਦਾ ਕੰਮ ਸਟਾਰਟ ਹੋਗਾ, ਇਹਨਾਂ ਨੇ ਤੁਹਾਡੇ ਲੱਤ ਮਾਰਨੀ ਆ, ਪਰੇ ਹੋ ਜਾਣਾ, ਸੰਘਰਸ਼ ਤੁਹਾਨੂੰ ਲੜਨਾ ਪੈ ਸਕਦਾ, ਜਾਂ ਮਤਲਬ ਇਹ ਸੰਘਰਸ਼ ਦਾ ਕੋਈ ਸਿਰਾ ਰਹਿਣਾ ਨਹੀਂ। ਇੱਕ ਸਵਾਲ ਇਹ ਹੈ। ਦੂਜਾ ਇਹ ਹੈ ਕਿ ਵੱਖ-ਵੱਖ ਆਪੋ ਆਪਣੇ ਹਲਕਿਆਂ ਦੇ ਵਿੱਚ ਕਲਾਕਾਰਾਂ ਦੇ ਵੱਲੋਂ ਬਹੁਤ ਸਾਰੇ ਪ੍ਰੋਗਰਾਮ ਕਰਵਾਏ ਜਾਣ ਲੱਗੇ। ਰਣਜੀਤ ਬਾਵਾ ਹੋਰਾਂ ਦੇ ਵੱਲੋਂ ਤੁਸੀਂ ਵੀ ਸ਼ਾਮਲ ਹੋਏ ਬਟਾਲੇ ਦੇ ਵਿੱਚ, ਉੱਥੇ ਵੀ ਬਹੁਤ ਸਾਰੇ ਨੌਜਵਾਨ ਸ਼ਾਮਲ ਹੋਏ, ਵੱਖਰੀ ਕਾਲ ਸੀ। ਉਸ ਤੋਂ ਬਾਅਦ ਗੋਨਿਆਣੇ ਦੇ ਵਿੱਚ ਅਮਰਤ ਮਾਨ ਹੋਰਾਂ ਦੇ ਵੱਲੋਂ ਕਾਲ ਬੁਲਾਈ ਗਈ, ਉੱਥੇ ਨੌਜਵਾਨ ਇਕੱਠੇ ਹੋਏ। ਤੁਹਾਨੂੰ ਇਹਦਾ ਮਕਸਦ ਮੈਂ ਪੁੱਛਣਾ ਚਾਹੁੰਦਾ ਕਿ ਵੱਖੋ ਵੱਖਰੇ ਸ਼ਹਿਰਾਂ ਦੇ ਵਿੱਚ ਵੱਖੋ ਵੱਖਰੇ ਇਕੱਠ ਕਰਨੇ ਵਾਜਬ ਲੱਗਦਾ ਤੁਹਾਨੂੰ ਕਿ ਇਸ ਵੇਲੇ ਹੈ ਜ਼ਰੂਰਤ ਇਹਨਾਂ ਦੀ? ਦੇਖੋ, 2-3 ਗੱਲਾਂ ਇਹਦੇ 'ਚ। ਪਹਿਲਾਂ ਤਾਂ ਇਹ ਤਾਂ ਇੱਕ ਪ੍ਰੋਪੇਗੈਂਡਾ ਪੋਲੀਟਿਕਸ ਆ ਵੀ ਇਹਨਾਂ ਨੇ ਆਪਦੇ ਕੰਮ ਲੱਗ ਜਾਣਾ, ਇਹ ਤਾਂ ਰਹਿਣਾ ਨਹੀਂ, ਤੁਹਾਨੂੰ ਲੜਨਾ ਪੈਣਾ। ਫਿਰ ਲੋਕ ਲੜ ਲੈਣਗੇ, ਲੋਕਾਂ ਕੋਲੇ ਹੈ ਨਹੀਂ ਹੁਣ ਚੇਤਨਾ ਤਾਂ ਆ ਰਹੀ ਹੈ ਨਾ,
ਚੇਤਨਾ ਦਾ ਆਉਣਾ ਹੀ ਬਹੁਤ ਵੱਡੀ, ਤੇ ਉਹਨਾਂ ਦੇ ਅੰਦਰ ਰੋਹ ਤਾਂ ਪੈਦਾ ਹੋ ਗਿਆ, ਜਜ਼ਬਾ ਵੀ ਹੈਗਾ, ਫਿਰ ਕਿਉਂ ਨਹੀਂ ਲੜਨਗੇ? ਲੀਡਰ ਲੋਕਾਂ ਚੋਂ ਹੀ ਪੈਦਾ ਹੁੰਦੇ ਆ ਨਾ। ਉਹ ਭਾਜਪਾ ਦੇ ਜਿਹੜੇ ਲੀਡਰ ਆ ਉਹਨਾਂ ਨੂੰ ਕਹੋ ਜੀ ਤੁਸੀਂ ਤਾਂ ਫੇਲ ਹੋ ਗਏ, ਕਾਂਗਰਸ ਵਾਲਿਆਂ ਨੂੰ ਕਹੋ ਤੁਸੀਂ ਫੇਲ ਹੋ ਗਏ, ਅਕਾਲੀ ਆਮ ਆਦਮੀ ਪਾਰਟੀ ਵਾਲਿਆਂ ਨੂੰ ਕਹੋ ਤੁਸੀਂ ਕਿੱਥੇ ਹੋ, ਤੁਸੀਂ ਫੇਲ ਹੋ ਗਏ। ਆਪੋਜੀਸ਼ਨ ਹੈਜ਼ ਫੇਲਡ ਕੰਪਲੀਟਲੀ, ਹੈ ਨਾ। ਜਿਹੜੀ ਇੱਕ ਬਹੁਮਤ 'ਚ ਗਵਰਨਮੈਂਟ ਬੈਠੀ ਆ ਸੈਂਟਰ 'ਚ, ਉਹ ਆਟੋਕ੍ਰੈਟਿਕ ਫੈਸਲੇ ਲੈਂਦੀ ਆ, ਉਹਨਾਂ 'ਚ ਹਉਮੈ ਹੀ ਇੰਨੀ ਆ, ਉਹ ਸੁਣਦੇ ਹੀ ਨਹੀਂ ਕਿਸੇ ਨੂੰ। ਗੱਲ ਆਏ ਆ, ਕੋਈ ਆਰਟਿਸਟ ਹੋਵੇ, ਐਜੂਕੇਸ਼ਨਿਸਟ ਹੋਵੇ, ਕੋਈ ਇੰਟਲੈਕਚੁਅਲ ਹੋਵੇ, ਇਹ ਬੰਦੇ ਜੇ ਅੱਜ ਆ ਕੇ ਕੋਈ ਯੋਗਦਾਨ ਪਾ ਰਹੇ ਆ, ਉਹਨੂੰ ਹੱਲਾਸ਼ੇਰੀ ਦੇਣੀ ਬਣਦੀ ਆ। ਬਿਲਕੁਲ। ਕਿਉਂਕਿ ਆਪਦੇ ਆਪ ਦਾ ਬੰਦਾ ਜਿੰਨਾ ਕੁ ਯੋਗਦਾਨ ਪਾ ਰਿਹਾ, ਔਰ ਉਹ ਆਪਦਾ ਮੈਂ ਨੂੰ ਛੱਡ ਕੇ, ਆਪਦੀ ਹਉਮੈ ਨੂੰ ਛੱਡ ਕੇ, ਆਪਦੀ ਕੋਈ ਪੋਜੀਸ਼ਨ ਨੂੰ ਛੱਡ ਕੇ, ਉਹ ਸੜਕਾਂ ਤੇ ਆ ਕੇ, ਗਲੀਆਂ 'ਚ ਆ ਕੇ, ਗਰਾਊਂਡ ਲੈਵਲ ਤੇ ਆ ਕੇ ਜੇ ਨਾਲ ਖੜਾ, ਤਾਂ ਮੈਂ ਤਾਂ ਉਹਨਾਂ ਨੂੰ ਬਾਈ ਜੀ ਕਹੂੰਗਾ ਵੀ ਬਹੁਤ ਵਧੀਆ ਕਰ ਰਹੇ ਹੋ, ਚੰਗੀ ਗੱਲ ਹੈ। ਬਿਲਕੁਲ ਠੀਕ ਆ, ਨਾ ਕਿ ਵੀ ਹੁਣ ਖੜੇ ਹੋ ਕੱਲ ਨੂੰ ਨਾ ਤੁਰ ਜਿਓ। ਕੋਈ ਨਹੀਂ ਯਾਰ, ਲੋਕ ਲੀਡਰ ਪੈਦਾ ਕਰ ਲੈਣਗੇ, ਬਥੇਰਾ ਕੁਝ ਹੋ ਜਾਂਦਾ ਹੁੰਦਾ, ਹਨਾ। ਇਹ ਲਹਿਰਾਂ ਬਹੁਤ ਕੁਝ ਦੇ ਜਾਂਦੀਆਂ ਹੁੰਦੀਆਂ, ਮੂਵਮੈਂਟਸ ਬਹੁਤ ਕੁਝ ਦੇ ਜਾਂਦੀਆਂ ਹੁੰਦੀਆਂ। ਇਹਦਾ ਕੋਈ ਇਨਸਿਕਿਉਰਿਟੀ ਨਹੀਂ ਰੱਖਣੀ ਚਾਹੀਦੀ ਸਾਨੂੰ ਆਪਦੇ ਮਨ 'ਚ। ਦੂਜੀ ਗੱਲ, ਵੱਖ-ਵੱਖ ਥਾਵਾਂ ਤੇ ਹੋ ਰਹੀ ਆ, ਜੇ ਉਹ ਕੋਈ ਪੋਲੀਟੀਕਲ ਸਰੋਕਾਰ ਤੋਂ, ਰਾਜਨੀਤਿਕ ਸਰੋਕਾਰ ਤੋਂ ਬਿਨਾਂ ਇਕੱਠ ਹੋ ਰਹੇ ਆ, ਸਿਰਫ ਉਹਦੇ 'ਚ ਜਿਹੜੀ ਅਸਲ ਗੱਲ ਆ ਵੀ ਲੋਕਾਂ 'ਚ ਚੇਤਨਾ ਪੈਦਾ ਕਰਨੀ ਆ, ਉਹ ਹੋ ਰਹੀ ਆ, ਅਵੇਅਰਨੈਸ ਫੈਲ ਰਹੀ ਆ, ਤਾਂ ਬਹੁਤ ਵਧੀਆ ਗੱਲ ਆ। ਪਰ ਜੇ ਉਹਦੇ ਪਿੱਛੇ ਕੋਈ ਪੋਲੀਟੀਕਲ ਪਾਰਟੀ ਆ, ਜੇ ਉਹਦੇ ਪਿੱਛੇ ਕੋਈ ਕਿਸੇ ਕਲਾਕਾਰ ਨੂੰ ਅੱਗੇ ਦਿਖਾ ਕੇ, ਕਿਸੇ ਹੋਰ ਬੁੱਧੀਜੀਵੀ ਨੂੰ ਦਿਖਾ ਕੇ, ਤੇ ਕੋਈ ਪੋਲੀਟੀਕਲ ਪਾਰਟੀ ਆਪਦੇ ਝੰਡੇ ਲੈ ਕੇ ਆ ਜਾਂਦੀ ਹੈ, ਕੋਈ ਜਥੇਬੰਦੀ ਆਪਦੇ ਝੰਡੇ ਲੈ ਕੇ ਆ ਜਾਂਦੀ ਆ, ਉਹ ਤਾਂ ਫਿਰ ਪੋਲੀਟਿਕਸ ਹੀ ਹੋ ਰਹੀ ਹੈ। ਬਿਲਕੁਲ, ਉਹਦਾ ਕੋਈ ਫਾਇਦਾ ਨਹੀਂ ਜੀ। ਸੋ ਇਸ ਕਰਕੇ ਸਾਨੂੰ ਇਹ ਕੈਟੇਗਰਾਈਜ਼ ਕਰਨਾ ਪਊਗਾ ਜੀ। ਬਾਈ ਜੀ, ਸਮਾਂ ਵੀ ਆਪਣਾ ਨਜ਼ਦੀਕ ਹੈ, ਆਪਾਂ ਇੰਟਰਵਿਊ ਖਤਮ ਵੀ ਕਰਨਾ ਹੈ। ਹਾਂਜੀ, ਉਸ ਤੋਂ ਪਹਿਲਾਂ ਇੱਕ ਇੰਪੋਰਟੈਂਟ ਸਵਾਲ ਕਿ ਜਸ ਬਾਜਵਾ ਦੇ ਹੋਰਾਂ ਦੇ ਵੱਲੋਂ ਵੱਖ-ਵੱਖ ਸਟੇਜਸ ਤੇ 2-3 ਅਦਾਕਾਰ ਤੇ ਕਲਾਕਾਰਾਂ ਨੂੰ ਹਮੇਸ਼ਾ ਟਿੱਪਣੀ ਕੀਤੀ ਜਾਂਦੀ ਰਹੀ ਕਿ ਉਹਨਾਂ ਦੇ ਵਿੱਚ ਗੁਰੂ ਰੰਧਾਵਾ, ਅਕਸ਼ੇ ਕੁਮਾਰ ਤੇ ਸਨੀ ਦਿਓਲ, ਜਿਹੜੇ ਪੰਜਾਬ ਦੇ ਵਿੱਚ ਇਹ ਕਹਿ ਕੇ ਜਿੱਤ ਕੇ ਗਏ ਨੇ ਸਨੀ ਦਿਓਲ ਕਿ ਮੈਂ ਪੰਜਾਬ ਦਾ ਪੁੱਤ ਹਾਂ, ਜਿੱਥੇ ਕਹੋਗੇ ਮੈਂ ਨਾਲ ਖੜਾ। ਹਾਲੇ ਤੱਕ ਸਨੀ ਦਿਓਲ ਹੋਰਾਂ ਦੇ ਵੱਲੋਂ ਕੋਈ ਪ੍ਰਤੀਕਿਰਿਆ ਆਈ ਨਹੀਂ। ਉਹ ਕੇਂਦਰ ਦਾ ਹਿੱਸਾ ਨੇ, ਸਰਕਾਰ ਦਾ ਹਿੱਸਾ, ਗੱਲ ਕਰ ਸਕਦੇ ਆ ਬਹਿ ਕੇ, ਕਿਉਂਕਿ ਉਹ ਪੰਜਾਬ ਦੇ ਨੁਮਾਇੰਦੇ ਨੇ, ਪ੍ਰੈਜ਼ੈਂਟ ਕਰਦੇ ਆ ਪੰਜਾਬ ਨੂੰ। ਦੂਜੀ ਗੱਲ ਕਿ ਜੇ ਇਹ ਅਦਾਕਾਰ ਨਹੀਂ ਬੋਲ ਰਹੇ ਜਾਂ ਸਨੀ ਦਿਓਲ ਨਹੀਂ ਬੋਲ ਰਹੇ, ਤਾਂ ਕੀ ਉਮੀਦ ਕੀਤੀ ਜਾ ਸਕਦੀ ਹੈ ਕਿ ਬੰਬੇ ਤੋਂ ਕੋਈ ਵੀ ਆਏਗਾ, ਪੰਜਾਬ ਨੂੰ ਭਰਮਾਏਗਾ ਤੇ ਪੋਲੀਟਿਕਸ ਦੇ ਵਿੱਚ ਆਪਣਾ ਨਾਮ ਚਮਕਾ ਕੇ ਚਲਾ ਜਾਏਗਾ? ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਬਾਈ ਫੇਰ ਸਪਸ਼ਟਤਾ ਦੀ ਗੱਲ ਕਰਦੇ ਆਪਾਂ। ਸਨੀ ਬਾਈ ਬੋਲਦੇ ਨੇ, ਗੁਰੂ ਰੰਧਾਵਾ ਬੋਲਦੇ, ਇਹ ਸਰਕਾਰ ਬਿੱਲ ਵਾਪਸ ਲੈ ਲੂਗੀ। ਇਹ ਜਿਹੜੀ ਲੈਜਿਸਲੇਸ਼ਨ ਬਣ ਗਈ ਆ ਹੁਣ, ਇਹਨੂੰ ਰੀਸੈਂਡ ਕਰ ਦੇਣਗੇ ਜੀ? ਨਹੀਂ ਕਰਨਗੇ, ਹਨਾ। ਇਹ ਜਿਹੜੇ ਬੰਦੇ ਆ ਨਾ, ਦੇਖੋ ਸਰਕਾਰ ਕੀ ਕਰਦੀ ਹੁੰਦੀ ਆ, ਇੱਕ ਪ੍ਰੋਪੇਗੈਂਡਾ ਪੋਲਿਟਿਕਸ ਕਰਦੀ ਹੈ। ਹੁਣ ਪ੍ਰੋਪੇਗੈਂਡਾ ਪੋਲਿਟਿਕਸ 'ਚ ਉਹਨਾਂ ਨੇ ਕੁਝ ਬੌਣੇ ਬੁੱਧੀਜੀਵੀ ਪੈਦਾ ਕਰਨੇ ਆ, ਕੁਝ ਇਹੋ ਜਿਹੇ ਅਦਾਕਾਰ ਪੈਦਾ ਕਰਨੇ ਆ ਜਿਹੜੇ ਉਹਨਾਂ ਲਈ ਭੁਗਤ ਸਕਣ, ਉਹਨਾਂ ਦੇ ਹੱਕ 'ਚ ਭੁਗਤ ਸਕਣ। ਪਰ ਸਾਡਾ ਟੀਚਾ ਕੀ ਆ? ਸਾਡਾ ਟੀਚਾ ਇਹ ਬੰਦਿਆਂ ਦੀ ਗੱਲ ਕਰਨਾ ਨਹੀਂ ਆ। ਸਾਡਾ ਟੀਚਾ ਸਰਕਾਰ ਨੂੰ ਸੱਟ ਕਿਵੇਂ ਮਾਰਨੀ, ਉਹਨਾਂ ਦੀ ਰਾਜਸੀ ਮਜਬੂਰੀ ਕਿਵੇਂ ਪੈਦਾ ਕਰਨੀ ਆ, ਤਾਂ ਕਿ ਲੋਕਾਂ ਨੂੰ ਉਹਨਾਂ ਦੇ ਹੱਕ ਮਿਲ ਸਕਣ, ਨੀਤੀਆਂ ਸਹੀ ਹੋ ਸਕਣ। ਕਿਉਂਕਿ ਸਰਕਾਰ ਨਹੀਂ ਤਾਂ ਦਿਖਾਊਗੀ ਨਾ ਪ੍ਰੋਪੇਗੈਂਡਾ ਪੋਲਿਟਿਕਸ ਕਰਕੇ ਅਸੀਂ ਪ੍ਰੋ ਫਾਰਮਰ ਆ, ਪ੍ਰੋ ਪੀਪਲ ਆ, ਪਰ ਇਹਨਾਂ ਬੰਦਿਆਂ ਦੇ ਕਹਿਣ ਨਾਲ ਤਾਂ ਕੁਝ ਨਹੀਂ ਹੋਣਾ। ਸਨੀ ਬਾਈ ਦੇ ਕਹਿਣ ਨਾਲ ਡੈਫੀਨੇਟਲੀ ਮੈਂ ਵੀ ਆਸ ਕਰਦਾ ਸੀ ਸਾਡੇ ਨਾਲ ਖੜਨਗੇ, ਸਰਕਾਰ ਦਾ ਹਿੱਸਾ ਨੇ ਉਹ। ਹਾਂ, ਉਹ ਆਸ ਆਪਾਂ ਸਾਰੇ ਕਰਦੇ ਹਾਂ, ਪਰ ਹੁਣ ਉਹ ਨੈਗੇਟਿਵਿਟੀ ਤੇ ਰਹੀਏ, ਉਹ ਨੈਗੇਟਿਵਿਟੀ ਫੈਲਾਈ ਜਾਈਏ, ਉਹਦਾ ਤਾਂ ਫਿਰ ਜੇ ਉਹ ਪ੍ਰੋਪੇਗੈਂਡਾ ਸਰਕਾਰ ਕਰ ਰਹੀ ਹੈ, ਅਸੀਂ ਖੜਾ ਕਰ ਰਹੇ ਹਾਂ, ਉਹਦਾ ਕੋਈ ਮਤਲਬ ਨਹੀਂ ਹੈ। ਬਿਲਕੁਲ, ਹੈ ਨਾ। ਵਿਜ਼ਨ ਕੀ ਹੈ ਸਾਡਾ, ਸਾਡੇ ਕੋਲੇ ਪਰਸਪੈਕਟਿਵ ਕੀ ਆ, ਸਾਡੀ ਦ੍ਰਿਸ਼ਟੀ ਕੀ ਆ, ਇਹ ਚੀਜ਼ ਜ਼ਿਆਦਾ ਜ਼ਰੂਰੀ ਹੈ। ਜਿੱਥੇ ਸਾਨੂੰ ਇਹਦੇ ਹੱਲ ਕੀ ਆ, ਜੇ ਸਰਕਾਰ ਨੇ ਨਹੀਂ ਦਿੱਤੇ, ਅਸੀਂ ਆਪ ਕੀ ਹੱਲ ਕੱਢਨੇ ਆ। ਅਸੀਂ ਕਿਵੇਂ ਖੇਤੀ ਨੂੰ ਚਲਾਉਣਾ, ਉਸ ਕੋਈ ਕੋਆਪਰੇਟਿਵ ਸੁਸਾਇਟੀਜ਼ ਨੂੰ ਪੈਦਾ ਕਰਕੇ ਜਿਨ੍ਹਾਂ ਨੂੰ ਫਾਰਮਰਸ ਚਲਾਉਣ, ਕਿਸਾਨ ਚਲਾਉਣ, ਹੈ ਨਾ। FCI ਜੇ ਇੱਕ ਸੁਪਰਵਾਈਜ਼ਰੀ ਬਾਡੀ ਹੋਵੇ, ਉਹਨੂੰ ਸਟੇਟ ਸਪੈਸੀਫਿਕ ਕਿਵੇਂ ਕਰਨਾ, ਜਾਂ ਸਟੇਟ ਨੇ ਲਾਜ਼ ਕਿਵੇਂ ਬਣਾਉਣੇ ਆ ਤਾਂ ਕਿ ਫਾਰਮਰਸ ਪ੍ਰੋਟੈਕਟ ਰਹਿਣ। ਬਾਹਰਲਾ ਆ ਕੇ ਇੱਥੇ ਕੋਈ ਫਾਰਮਰ ਜ਼ਮੀਨ ਲੈ ਕੇ ਆਪਦੇ ਆਪ ਨੂੰ ਫਾਰਮਰ ਨਾ ਕਹਿ ਸਕੇ, ਫਾਰਮਰ ਪ੍ਰੋਟੈਕਟ ਹੋ ਗਏ। ਇਸੇ ਤਰ੍ਹਾਂ APMC ਆ ਜਿਹੜੀ ਆਪਣੀ ਮਾਰਕੀਟ ਕਮੇਟੀਆਂ, ਉਹਨਾਂ ਦਾ ਜਿਹੜਾ ਪੈਸਾ ਜਾਊਗਾ ਉਹ ਕਿੱਥੋਂ, ਜਿਹੜਾ ਹਜ਼ਾਰਾਂ ਕਰੋੜ ਰੁਪਈਆ ਉਹ ਰੂਰਲ ਡਿਵੈਲਪਮੈਂਟ ਤੇ ਲਾਉਂਦੇ ਸੀ, ਉਹ ਕਿੱਥੋਂ ਪੈਦਾ ਕਰਨਾ। ਅਸੀਂ ਇੰਟੈਲੈਕਚੁਅਲ ਗੱਲਾਂ ਤਾਂ ਕਰ ਨਹੀਂ ਰਹੇ, ਅਸੀਂ ਤਾਂ ਨੈਗੇਟਿਵਿਟੀ, ਉਹ ਨੈਗੇਟਿਵ ਉਹ ਗੱਲਾਂ ਕਰਦੇ ਆ, ਅਸੀਂ ਵੀ ਨੈਗੇਟਿਵ ਗੱਲ ਕਰਦੇ ਹਾਂ, ਔਰ ਉਹ ਲੋਕਾਂ ਨੂੰ ਦੇਖਣ 'ਚ ਬੜਾ ਸਵਾਦ ਆਉਂਦਾ।
ਬਿਲਕੁਲ ਬਾਈ ਜੀ ਇਹਨਾਂ ਗੱਲਾਂ ਤੋਂ ਦੂਰ ਹੋ ਕੇ ਸਾਨੂੰ ਥੋੜਾ ਜਿਹਾ ਇੰਟੈਲੈਕਚੁਅਲੀ ਸੋਚਣਾ ਪਊਗਾ, ਸਾਨੂੰ ਹੱਲਾਂ ਵੱਲ ਵੀ ਜਾਣਾ ਪਊਗਾ, ਕਿਉਂਕਿ ਰਾਹ ਇੱਕ ਬੰਦ ਹੋਇਆ ਰਾਹ ਦੂਜਾ ਖੋਲਣਾ ਪੈਂਦਾ ਹੁੰਦਾ, ਉਹ ਸੰਵਾਦ ਨਾਲ ਖੁੱਲਦਾ, ਰਾਹ ਖੁੱਲ ਜਾਂਦੇ ਹੁੰਦੇ ਆ। ਸੋ I have a different take on these things। ਬਿਲਕੁਲ ਭਾਈ, ਆਖਰੀ ਸਵਾਲ ਹੈ ਕਿ ਤੁਸੀਂ ਲਾਮਬੰਦੀਆਂ ਦੇ ਵਿੱਚ ਵੀ ਰੁੱਝੇ ਹੋਏ ਹੋ, ਅਗਲੇ ਪ੍ਰੋਗਰਾਮ ਵੀ ਦੇ ਰਹੇ ਹੋ, ਅੱਗੇ ਹੋ ਕੇ ਇਸ ਲੜਾਈ ਦੇ ਵਿੱਚ ਚੱਲ ਰਹੇ ਹੋ। ਹਾਂਜੀ, ਤੁਹਾਡੀ ਅਗਲੀ ਪਲੈਨਿੰਗ ਕੀ ਹੈ? ਤੁਹਾਡੇ ਮੁਤਾਬਕ ਕਿਸ ਤਰੀਕੇ ਦੀ ਲਾਮਬੰਦੀ ਹੋਵੇ, ਕਿਸ ਤਰੀਕੇ ਦੀਆਂ ਪਲੈਨਿੰਗਸ ਹੋਣ, ਜਾਂ ਫਿਰ ਹੁਣ ਤੱਕ ਜਿੰਨਾ ਤੁਸੀਂ ਸੰਘਰਸ਼ ਲੜਿਆ, ਨੌਜਵਾਨਾਂ ਨੇ ਸੰਘਰਸ਼ ਲੜਿਆ, ਕਿਸਾਨਾਂ ਨੇ ਸੰਘਰਸ਼ ਲੜਿਆ, ਉਹਨੂੰ ਕਿਵੇਂ ਦੇਖਦੇ ਹੋ? ਸੰਘਰਸ਼ ਬਾਕਮਾਲ, ਬੜੇ ਸਾਲਾਂ ਬਾਅਦ ਐਡੀ ਤਗੜੀ ਲਾਮਬੰਦੀ ਹੋਈ ਹੈ, ਪਰ ਲਾਮਬੰਦੀ ਕੱਲੀ ਕੁਛ ਨਹੀਂ ਹੁੰਦੀ, ਇਦੋਂ ਅੱਗੇ ਦਿਸ਼ਾ ਕੀ ਹੋਣੀ ਚਾਹੀਦੀ ਹੈ, ਹਨਾ? ਇਹਨੂੰ ਲਾਮਬੰਦੀ ਨੂੰ ਲਾਮਬੰਦ ਕਰਕੇ ਰੱਖਣਾ ਤੇ ਸਾਡੀ ਰੈਜ਼ਿਸਟੈਂਸ ਕਿਸ ਤਰ੍ਹਾਂ ਦੀ ਹੋਵੇ। ਰੈਜ਼ਿਸਟੈਂਸ ਨੂੰ ਤੁਸੀਂ ਪੈਸਿਵ ਤੌਰ ਤੇ ਪੈਸਿਵ ਰੈਜ਼ਿਸਟੈਂਸ ਰੱਖਣਾ ਹੁੰਦਾ, ਤਾਂ ਕਿ ਲੋਕਾਂ ਦੀ એનર્ਜੀ ਘੱਟ ਤੋਂ ਘੱਟ ਲੱਗੇ, ਲੋਕਾਂ ਦੀ ਲਾਮਬੰਦੀ ਵੱਧ ਤੋਂ ਵੱਧ ਹੋਵੇ, ਵੱਧ ਤੋਂ ਵੱਧ ਲੋਕ ਜੁੜਨ, ਸੰਘਰਸ਼ ਵੱਡਾ ਹੋਵੇ। ਇਸ ਲਈ ਸਾਨੂੰ ਇਕੱਲੇ ਪੰਜਾਬ ਨਹੀਂ, ਹਰਿਆਣੇ ਨੂੰ ਜੋੜਨਾ ਪਊ, ਮਹਾਰਾਸ਼ਟਰ ਨੂੰ ਜੋੜਨਾ ਪਊਗਾ, ਇੱਧਰ ਯੂਪੀ ਬਿਹਾਰ ਨੂੰ ਜੋੜਨਾ ਪਊਗਾ, ਬੰਗਾਲ ਨੂੰ ਜੋੜਨਾ ਪਊਗਾ, ਹੋਰ ਰਾਜਾਂ ਨੂੰ ਵੀ ਵਿੱਚ ਜੋੜਨਾ ਪਊਗਾ। ਦਿੱਲੀ ਨੂੰ ਜੇ ਘੇਰਨਾ ਤਾਂ ਤੁਸੀਂ ਐਂ ਘੇਰੋ, ਬੰਦਿਆਂ ਦਾ ਘਿਰਾਓ ਕਰਕੇ ਉੱਥੇ ਕੋਈ ਫਾਇਦਾ ਨਹੀਂ ਹੈ। ਅਸੀਂ ਘੇਰਨਾ ਤਾਂ ਇਹਨਾਂ ਰਾਜਾਂ ਨੂੰ ਨਾਲ ਲੈ ਕੇ ਫੇਰ ਘੇਰੋ ਦਿੱਲੀ। ਬਾਈ ਸਟ੍ਰੈਟਜੀ ਕੀ ਹੋਵੇ? ਸਟ੍ਰੈਟਜੀ ਤਾਂ ਇਹੀ ਹੈ ਨਾ, ਹੁਣ ਜਿਹੜੀ ਮੇਰੀ ਸਟ੍ਰੈਟਜੀ ਆ ਜਾਂ ਮੇਰਾ ਵਿਜ਼ਨ ਆ ਜਾਂ ਮੈਂ ਸ਼ੇਅਰ ਕਰਦਾ ਜਿਹੜਾ ਸਾਡੇ ਕਿਸਾਨ ਜਥੇਬੰਦੀਆਂ ਨਾਲ, ਉਹਨਾਂ ਨੂੰ ਇਹੀ ਕਹਿਣਾ, ਇਹ ਨੈਸ਼ਨਲ ਲੈਵਲ ਦੀ ਮੂਵਮੈਂਟ ਬਣ ਸਕਦੀ ਹੈ, ਇਹ ਇੰਟਰਨੈਸ਼ਨਲ ਲੈਵਲ ਦੀ ਮੂਵਮੈਂਟ ਬਣ ਸਕਦੀ ਹੈ, ਠੀਕ ਹੈ? ਸੋ ਲੈਟਸ ਹੈਵ ਦੈਟ ਵਿਜ਼ਨ। ਜਦੋਂ ਅਸੀਂ ਨੈਸ਼ਨਲੀ ਇਹਨੂੰ ਐਡਾ ਵੱਡਾ ਪ੍ਰੋਜੈਕਟ ਕਰ ਦਾਂਗੇ ਵੀ ਦੇਖੋ ਧੱਕਾ ਹੋ ਰਿਹਾ, ਤਾਂ ਗਵਰਨਮੈਂਟ ਹਿੱਲੂਗੀ। ਬਿਲਕੁਲ, ਉਹ ਕਾਰਪੋਰੇਟ ਘਰਾਣੇ ਵੀ ਹਿੱਲਣਗੇ ਜਿਨ੍ਹਾਂ ਨੂੰ ਗਵਰਨਮੈਂਟ ਪਾਲ ਕੇ ਰੱਖਦੀ ਆ। ਜਦੋਂ ਇੰਟਰਨੈਸ਼ਨਲੀ ਇਹ ਪ੍ਰੋਜੈਕਟ ਹੋ ਗਿਆ ਵੀ ਕਿਸ ਤਰ੍ਹਾਂ ਦੀ ਲਾਮਬੰਦੀ, ਕਿਸ ਤਰ੍ਹਾਂ ਦਾ ਉਭਾਰ, ਕਿਸ ਤਰ੍ਹਾਂ ਦਾ ਵਿਦਰੋਹ, ਇੱਕ ਰੈਵੋਲੂਸ਼ਨ ਪੈਦਾ ਹੋ ਰਿਹਾ, ਪੂਰੀ ਜੀਓਪੋਲਿਟਿਕਸ ਇਫੈਕਟ ਹੋਊਗੀ ਇਸ ਕੰਟੀਨੈਂਟ ਦੀ। ਬਿਲਕੁਲ ਸਹੀ, ਵੀ ਨੀਡ ਟੂ ਲੁੱਕ ਐਟ ਦੈਟ। ਉਹ ਸਾਡਾ ਏਮ ਆ। ਬਿਲਕੁਲ, ਹਨਾ? ਜੇ ਇੱਥੇ ਹੀ ਰਹਿ ਗਏ, ਜੇ MSP ਦੀ ਲੜਾਈ ਹੁੰਦੀ ਫਿਰ ਤਾਂ ਬਾਈ ਉਹਦਾ ਗਾਜਰ ਫੇਰ ਦੇ ਦੇਣੀ ਆ ਉਹਨਾਂ ਨੇ। ਜਦੋਂ ਮੰਡੀ ਨਹੀਂ ਆ, ਹੁਣ ਅੱਜ ਹਰਿਆਣੇ ਦਾ ਇੱਕ ਉਹਨਾਂ ਦੀ ਸਰਕਾਰ ਨੇ ਕਾਨੂੰਨ ਬਣਾਤਾ, ਉਹਨਾਂ ਨੇ ਇੱਕ ਆਪਦੀ ਸਟ੍ਰੈਟਜੀ ਬਣਾਈ ਆ ਵੀ ਪੰਜਾਬ ਦੀ ਕੋਈ ਵੀ ਫਸਲ ਹਰਿਆਣੇ 'ਚ ਨਹੀਂ ਵਿਕੂਗੀ। ਫਿਰ ਕਿਹੜਾ ਦੇਸ਼, ਕਿਹੜੀ ਮੰਡੀ? ਇੱਕ ਦੇਸ਼ ਇੱਕ ਮੰਡੀ। ਸੋ ਉਸੇ ਬਿੱਲ ਦੇ ਅਗੇਂਸਟ ਹੋਣ ਲੱਗ, ਹਾਂਜੀ ਹਾਂਜੀ, ਸੋ ਸਾਡੇ ਸਾਹਮਣੇ ਹੁਣੇ ਹੀ ਆਉਣ ਲੱਗ ਗਈਆਂ ਗੱਲਾਂ। ਤੋ ਇਸ ਕਰਕੇ ਉੱਥੇ ਵੀ ਭਾਜਪਾ ਦੀ ਸਰਕਾਰ ਹੈ ਨਾ, ਇਹਨਾਂ ਸਰਕਾਰਾਂ ਤੋਂ ਕੋਈ ਉਮੀਦ ਨਾ ਰੱਖੋ। ਅਕਾਲੀ, ਭਾਜਪਾ, ਕਾਂਗਰਸ, ਕੋਈ ਹੋਰ ਸਰਕਾਰਾਂ ਨੇ ਇੱਕੋ ਤਰ੍ਹਾਂ ਬਿਹੇਵ ਕਰਨਾ ਹੁੰਦਾ। ਇਹ ਇੱਕ ਬਹੁਤ ਵੱਡੀ ਐਲੀਟ ਜਮਾਤ ਆ, ਜਿੱਥੇ ਡੈਮੋਕ੍ਰੇਸੀ ਦੀ ਇੱਕ ਹੋਰ ਜਿਹੜੀ ਬਹੁਤ ਵੱਡੀ ਗੱਲ ਆ, ਉਹ ਐਲੀਟਸ ਪੈਦਾ ਕਰ ਦਿੰਦੀ ਆ। ਰਹਿਣਾ ਇਹਨਾਂ ਨੇ ਲੋਕਾਂ ਦੇ ਲੀਡਰ ਹੁੰਦਾ, ਪਰ ਇਹ ਬਣ ਐਲੀਟ ਜਾਂਦੇ ਆ। ਸੋ ਸਾਨੂੰ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ। ਜੀ ਬਹੁਤ ਧੰਨਵਾਦ ਬਾਈ ਜੀ, ਤੁਸੀਂ ਆਪਣਾ ਸਮਾਂ ਕੱਢਿਆ।